देश दुनिया च वसदे पंजाबियों को खुशामदीद। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट जी भास्कर जी और इंद्रप्रीत जी। मैं जी आया आपका बहुत बहुत शुक्रिया रंधावा जी। साਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। मरहूम गायक सुरजीत बिंद्रखिया गाउंदे हुंदे सी, गल तोरनी ते नहीं सी गल तोर दी विकी दे नाल तुर पी ते तुरी च सुनाया वे गया। जे गल तोर ही लई तां गल सुना भी दिंने आ। स्पैशल डीजीपी वरिंदर कुमार इंटैलीजेंस भी देखते हैं, विजिलेंस भी, उन्होंने को समर्थ अधिकारी है। कई पॉलिटिशियन ते ब्यूरोक्रेट उन्हें पढ़ नहीं पाए, वैसे ब्यूरोक्रेसी च थोड़ा नरम कोशा रख जाती है विजिलेंस। खैर उन्होंने सवाल है, उन्होंने कोल कल का केस पहुंच गया नरोट जैमल सिंह वाला। सो डीजीपी साहब ये जरूर देखियो कि वो फाइल जिहदे विच कुलदीप सिंह नूं बतौर एडीसी डिवेलपमेंट वाधू चार्ज दिता गया, ਉਹਦੇ उत्ते डायरैक्टर रूरल डिवेलपमेंट ते पंचायतां दे दस्तखत है ने कि नहीं। और जेकर उन्हां दिनां दे विच डायरैक्टर अधिकारत डायरैक्टर छुट्टी ते सी तां की ओही दिन क्यों चुने गए ये फाइल अगे वधाउण लई? कि ਇਹਦੇ ਵਿੱਚ ਫਾਈਨੈਂਸ਼ੀਅਲ ਕਮਿਸ਼ਨਰ ਰੂਰਲ ਡਿਵੈਲਪਮੈਂਟ ਨੇ ਇਹਨੂੰ ਦੇਖਿਆ, ਇਹਦੇ ਤੇ ਕੋਈ ਨੋਟਿੰਗ ਕੀਤੀ, ਇਹਦੀ ਅਪਰੂਵਲ ਦੇਣ ਦੇ ਵਿੱਚ ਕਾਲੀ ਕਿਉਂ ਕੀਤੀ? ਕੇ ਸ਼ਿਵਾ ਪ੍ਰਸਾਦ ਉਹਨਾਂ ਦਿਨਾਂ ਦੇ ਵਿੱਚ ਇਸ ਮਹਿਕਮੇ ਨੂੰ ਦੇਖਦੇ ਸੀ, ਉਹਨਾਂ ਨੇ ਇਸ ਅਪਰੂਵਲ ਨੂੰ ਕਾਲ ਦੇ ਵਿੱਚ ਕਿਉਂ ਅੱਗੇ ਵਧਾਤਾ? ਤੇ ਮੰਤਰੀ ਸਾਹਿਬ ਨੂੰ ਇਹਦੇ ਵਿੱਚ ਕੀ ਦਿਲਚਸਪੀ ਸੀ? ਕੁਲਦੀਪ ਸਿੰਘ ਧਾਲੀਵਾਲ ਉਹਨਾਂ ਦਿਨਾਂ 'ਚ ਮੰਤਰੀ ਸੀਗੇ, ਜੇ ਸਿਫਾਰਿਸ਼ ਕਟਾਰੂ ਚੱਕਦੀ ਸੀ ਵੀ ਤਾਂ ਵੀ ਇਸ ਮਹਿਕਮੇ ਦੇ ਵਿੱਚ ਅੱਖਾਂ ਮੀਟ ਕੇ ਇਹਨੂੰ ਅੱਗੇ ਕਿਉਂ ਵਧਾਇਆ ਗਿਆ, ਜਦੋਂ ਕਿ ਕੁਲਦੀਪ ਸਿੰਘ ਪ੍ਰੋਬੇਸ਼ਨ ਵੀ ਪੂਰਾ ਨਹੀਂ ਸੀ ਕਰ ਰਹੇ। ਉਹ ਬਤੌਰ ਡੀਡੀਪੀਓ ਘੱਟੋ ਘੱਟ ਸਾਲ ਕੁ ਰਹਿੰਦੇ, ਜੇ ਉਹਨਾਂ ਕੋਲ ਸਮਾਂ ਹੁੰਦਾ ਫਿਰ ਤਾਂ ਸੋਚਿਆ ਜਾ ਸਕਦਾ ਹੁੰਦਾ। ਸੋ ਕਈ ਸਵਾਲ ਨੇ। ਹੁਣ ਇਹਦੇ ਉੱਤੇ ਵਿਭਾਗੀ ਜਾਂਚ ਔਰ ਇਹਦੇ ਤੇ ਸਖਤ ਪਨਿਸ਼ਮੈਂਟ ਦੀ ਗੱਲ ਹੋ ਰਹੀ ਆ, ਪਰ ਆਖਰ ਇਹ ਸਾਰਾ ਗੋਰਖ ਧੰਦਾ ਔਰ ਇਹ ਨੈਕਸਸ ਕੀ ਦਰਸਾ ਰਿਹਾ ਤੇ ਕਿੱਧਰ ਜਾ ਰਿਹਾ, ਇਹ ਜਾਂਚ ਬੜੀ ਅਹਿਮ ਆ। ਖਹਿਰਾ ਸਾਹਿਬ ਸਿਰਫ ਪੋਲੀਟੀਸ਼ੀਅਨਸ ਦੇ ਨਿਸ਼ਾਨੇ ਲਾਉਂਦੇ ਨੇ, ਲੇਕਿਨ ਇਹਦੇ ਵਿੱਚ ਅਫਸਰਸ਼ਾਹੀ ਦੇ ਰੋਲ ਬੜੇ ਅਹਿਮ ਹੁੰਦੇ ਆ, ਉਹ ਪਾਸਿਓਂ ਦੀ ਲੰਘ ਜਾਂਦਾ। ਮਾਮਲਾ ਬਹੁਤ ਅਹਿਮ ਆ। ਕੱਲ ਮੁੱਖ ਮੰਤਰੀ ਕਾਲੀ ਦੇ ਵਿੱਚ ਸ਼ਾਮ ਨੂੰ ਦਿੱਲੀ ਚਲੇ ਜਾਂਦੇ। ਦਿੱਲੀ ਦੇ ਵਿੱਚ ਹੀ ਕੱਲ ਰੱਦੋ ਬਦਲ ਹੋਏ ਨੇ, ਮਹਿਕਮਿਆਂ ਦੇ ਵਿੱਚ ਰੱਦੋ ਬਦਲ ਕੇਜਰੀਵਾਲ ਸਾਹਿਬ ਨੇ ਕੀਤੇ ਨੇ। ਕਿ ਪੰਜਾਬ ਦੇ ਮੰਤਰੀਆਂ ਦੇ ਨਜ਼ਰੀਏ ਤੋਂ ਰੱਦੋ ਬਦਲ ਹੋ ਰਿਹਾ? ਮਾਝੇ ਵਿੱਚ 1 ਜਾਂ 2 ਮੰਤਰੀ ਹਟਾਏ ਜਾ ਰਹੇ ਨੇ। ਇਹ ਵੀ ਸਵਾਲ ਬਹੁਤ ਵੱਡਾ ਹੈ ਕਿ ਕੀ ਇੱਕ ਮਹਿਲਾ ਮੰਤਰੀ ਹਟਾ ਕੇ ਮਾਝੇ ਤੋਂ ਦੂਜੀ ਮਹਿਲਾ ਮੰਤਰੀ ਸ਼ਾਮਲ ਕੀਤੇ ਜਾ ਰਹੇ ਕਾਰਗੁਜ਼ਾਰੀ ਦੇ ਆਧਾਰ ਤੇ? ਹੁਣ ਇਹ ਵੀ ਸਵਾਲ ਆ ਕਿ ਬਹੁਤ ਸਾਰੇ ਮਹਿਕਮਿਆਂ ਦੇ ਵਿੱਚ ਅਫਸਰਾਂ ਤੋਂ ਬਿਨਾਂ ਕੰਮ ਚੱਲ ਰਿਹਾ, ਕੀ ਅਫਸਰਸ਼ਾਹੀ ਦੇ ਵਿੱਚ ਵੀ ਵੱਡੀ ਰੱਦੋ ਬਦਲ ਦੀ ਤਿਆਰੀ ਆ? ਇਹ ਸਾਰੇ ਸਵਾਲ ਐਡਰੈਸ ਕਰਦੇ ਆ। ਆਪਾਂ ਮੰਤਰੀਆਂ ਦੀ ਅਫਸਰਾਂ ਦੀ ਗੱਲ ਕਰੀ ਜਾਂਦੇ ਆ, ਉਹ ਸੁਪਰ ਬਾਸ ਦੀ ਗੱਲ ਤਾਂ ਕਰਦੇ ਹੀ ਨਹੀਂ ਪਏ। ਰਗਬ ਚੱਡਾ ਖਤਰੇ 'ਚ ਨੇ। ਲੰਘੇ ਦਿਨ ਉਹਨਾਂ ਦੇ ਉੱਤੇ ਇੱਕ ਵੱਡਾ ਸੰਕਟ ਮੰਡਰਾ ਰਿਹਾ ਸੀਗਾ। ਭਾਰਤੀ ਜਨਤਾ ਪਾਰਟੀ ਨੇ ਕੀ ਫੈਸਲਾ ਕਰ ਲਿਆ ਕਿ ਉਹਨਾਂ ਦੀ ਮੈਂਬਰਸ਼ਿਪ ਨੂੰ ਰੱਦ ਕਰਵਾ ਕੇ ਸਾਹ ਲੈਣਾ। ਤੇ ਮੈਨੂੰ ਇਹ ਵੀ ਨਹੀਂ ਸਮਝ ਆਈ ਕਿ ਉਹਨਾਂ ਦੇ ਹੀ ਕੁਲੀਗ, ਉਹਨਾਂ ਦੇ ਹੀ ਸਮਾਨਾਂਤਰ ਚੱਲਣ ਵਾਲੇ ਸੰਜੇ ਸਿੰਘ ਜਿਹੜੇ ਰਾਜ ਸਭਾ 'ਚ ਹੀ ਬੈਠਦੇ ਆ, ਉਹਨਾਂ ਨਾਲ ਕਿਹੜੀ ਦੁਸ਼ਮਣੀ ਕੱਢ ਰਹੇ? ਉਹ ਕਹਿੰਦੇ ਜੇ ਮੈਂਬਰੀ ਚਲੇ ਗਈ, ਰਾਘਵ ਚੱਡਾ ਪੰਜਾਬ ਤੋਂ ਇਲੈਕਸ਼ਨ ਲੜਨਗੇ 24 ਵਾਲੀ। ਮੈਨੂੰ ਲੱਗਦਾ ਜੇਤਲੀ ਵਾਲੀ ਕਰਾਉਣ ਨੂੰ ਫਿਰਦੇ ਆ। ਅਗਲੀ ਗੱਲ ਕਿ ਰੌਲਿਆਂ ਦੇ ਵਿੱਚ ਸੁਖਜਿੰਦਰ ਰੰਧਾਵਾ ਔਰ ਸੁਨੀਲ ਜਾਖੜ ਜਿਹੜੇ ਕਦੇ ਵਧੀਆ ਮਿੱਤਰ ਸੀ, ਔਰ ਤੁਹਾਨੂੰ ਯਾਦ ਹੋਣਾ ਇੱਕ ਕੈਬਨਿਟ ਮੀਟਿੰਗ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਅਸਤੀਫੇ ਫੜਾ ਕੇ ਆ ਗਏ ਸੀ, ਉਹਨਾਂ ਦੇ ਸਿੰਘ ਫਸੇ ਹੋਏ ਆ। ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ, ਪੰਜਾਬ ਦੀ ਅਫਸਰਸ਼ਾਹੀ ਦੇ ਵਿੱਚ ਕਾਫੀ ਹਲਚਲ ਰਹਿੰਦੀ ਆ, ਲੇਕਿਨ ਕੱਲ ਤਾਂ ਸਿਆਸੀ ਸਭਾ 'ਚ ਵੀ ਹਲਚਲ ਸੀਗੀ ਕਿ ਕੀ ਪੰਜਾਬ ਦੇ ਮੰਤਰੀ ਮੰਡਲ 'ਚੋਂ 2-3 ਚਿਹਰੇ ਛਾਂਗੇ ਜਾ ਰਹੇ ਆ? ਨਵੇਂ ਮੰਤਰੀ ਕੌਣ ਆ ਸਕਦੇ ਆ? ਰੰਧਾਵਾ ਸਾਹਿਬ, ਬੜੇ ਲੰਬੇ ਸਵਾਲ ਤੁਸੀਂ ਅੱਜ ਦਾਗਦੇ ਹੈ ਤੇ ਮੈਨੂੰ ਲੱਗਦਾ ਕਿ ਆਪਾਂ ਇੱਕ ਕਰਕੇ ਕਰੀਏ ਤਾਂ ਸਭ ਤੋਂ ਇੰਟਰਸਟਿੰਗ ਜਿਹੜਾ ਉਹਦੇ 'ਚ ਇਹੀ ਹੈ, ਜਿਹੜਾ ਸੀਐਮ ਅਚਾਨਕ ਮੀਟਿੰਗਾਂ ਛੱਡ ਕੇ, ਮਤਲਬ ਜਿਹੜੀਆਂ ਉਹਨਾਂ ਦੀਆਂ ਤੈਅ ਸੀਗੀਆਂ 2 ਮੀਟਿੰਗਾਂ 에ਅਰਪੋਰਟਸ ਦੇ ਸ਼ੁਰੂ ਕਰਨ ਵਾਸਤੇ, ਪੰਜਾਬ ਦੇ ਜਿਹੜੇ 에ਅਰਪੋਰਟਸ ਬੰਦ ਪਏ ਆ ਉਹਨਾਂ ਨੂੰ ਸ਼ੁਰੂ ਕਰਨ ਵਾਸਤੇ, ਪਲੱਸ ਇੱਕ ਸਕੂਲ ਆਫ ਐਮੀਨੈਂਸ, ਇਹਨਾਂ ਦੇ ਉੱਤੇ 2 ਮੀਟਿੰਗਾਂ ਉਹਨਾਂ ਨੇ ਰੱਖੀਆਂ ਸੀ, ਬੜੀਆਂ ਇੰਪੋਰਟੈਂਟ ਸੀਗੀਆਂ ਕਿਉਂਕਿ ਬੜੇ ਜਿਹਨੂੰ ਕਹਿੰਦੇ ਹੁੰਦੇ ਨੇ ਫਲੈਗਸ਼ਿਪ ਪ੍ਰੋਗਰਾਮ ਨੇ ਆਮ ਆਦਮੀ ਪਾਰਟੀ ਸਰਕਾਰ ਦੇ। ਉਹਨਾਂ ਨੂੰ ਵਿੱਚ ਛੱਡ ਕੇ ਅਚਾਨਕ ਉਹ ਦਿੱਲੀ ਚਲੇ ਗਏ। ਉਹ ਇਸ ਕਰਕੇ ਵੀ ਕੱਲ ਇਹ ਰਾਘਵ ਚੱਡਾ ਵਾਲਾ ਇਸ਼ੂ ਤਾਂ ਸੀਗਾ ਹੀ, ਜਿਹੜਾ ਰਾਜ ਸਭਾ ਦੇ ਵਿੱਚ ਆਇਆ, ਉਹਨਾਂ ਨੂੰ ਪ੍ਰਿਵਿਲੇਜ ਨੋਟਿਸ ਵੀ ਦਿੱਤਾ ਜਾ ਰਿਹਾ ਤੇ ਕਾਰਵਾਈ ਕਰਾਉਣ ਦੀ ਵੀ ਗੱਲ ਕੀਤੀਆਂ ਜਾ ਰਹੀਆਂ ਨੇ। ਉਸ ਇਸ਼ੂ ਦੇ ਵਿੱਚੋਂ ਚਲੇ ਜਾਣਾ ਇਹ ਬੜਾ ਸੰਕੇਤ ਕਰ ਰਿਹਾ ਸੀਗਾ ਵੀ ਕੀ ਮੰਤਰੀ ਮੰਡਲ ਦੇ ਵਿੱਚ ਵੀ ਇੱਥੇ ਮਤਲਬ ਫੇਰ ਬਦਲ ਹੋਣਾ ਹੈ। ਸੁਗਬਗਾਹਟ ਹੈ
ਮੈਂ ਨਹੀਂ ਕਹਿ ਰਿਹਾ ਕਿ ਹੋਏਗਾ ਹੀ, ਪਰ ਕਿਉਂਕਿ ਦੁਬਾਰਾ ਨਵੇਂ ਸਿਰੇ ਤੋਂ ਲਾਲਚੰਦ ਕਟਾਰੂ ਚੱਕ ਇੱਕ ਵਾਰ ਫਿਰ ਨਿਸ਼ਾਨੇ ਤੇ ਨੇ। ਪਹਿਲਾਂ ਜਿਨਸੀ ਸ਼ੋਸ਼ਣ ਦੇ ਮਾਮਲੇ ਦੇ ਵਿੱਚ ਤਾਂ ਸ਼ਿਕਾਇਤ ਵਾਪਸ ਹੋ ਗਈ, ਤਾਂ ਉਹ ਮਾਮਲਾ ਤਾਂ ਦਬ ਗਿਆ। ਆਪਾਂ ਉਦੋਂ ਵੀ ਕਰ ਰਹੇ ਸੀ ਵੀ ਨੈਤਿਕਤਾ ਤਾਂ ਹਜੇ ਵੀ ਉੱਥੇ ਹੀ ਖੜੀ ਹੈ। ਮਾਮਲਾ ਖੜਾ ਹੈ, ਸ਼ਿਕਾਇਤ ਕਰਤਾ ਪਿੱਛੇ ਹਟ ਗਿਆ, ਮਾਮਲਾ ਤਾਂ ਖੜਾ ਹੈ, ਉਹ ਪਬਲਿਕ ਡੋਮੇਨ 'ਚ ਹੈ। ਨੈਤਿਕਤਾ ਦੇ ਆਧਾਰ ਤੇ, ਅਖਲਾਕ ਦੇ ਆਧਾਰ ਤੇ ਮੁੱਖ ਮੰਤਰੀ ਨੇ ਫੈਸਲਾ ਲੈਣਾ ਹੈ ਕਿ ਕਟਾਰੂ ਚੱਕ ਨੂੰ ਨਾਲ ਤੋਰਨਾ ਹੈ, ਕੈਬਨਿਟ 'ਚ ਰੱਖਣਾ ਕਿ ਨਹੀਂ। ਹਾਂ, ਮੈਂ ਵੀ ਇਹੀ ਗੱਲ ਕਰ ਰਿਹਾ ਕਿ ਨੈਤਿਕਤਾ ਤਾਂ ਉੱਥੇ ਹੀ ਖੜੀ ਹੈ। ਮੁਕਰਿਆ ਤਾਂ ਕੱਲਾ ਸ਼ਿਕਾਇਤ ਕਰਤਾ ਹੈ, ਕੇਸ ਤਾਂ ਉੱਥੇ ਹੀ ਖੜਾ ਹੈ। ਸੋ ਹੁਣ ਦੁਬਾਰਾ ਜਿਹੜਾ ਇਹ ਜ਼ਮੀਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਇਹ ਬਹੁਤ ਇੰਟਰਸਟਿੰਗ ਹੈਗਾ। ਦੇਖੋ, ਅਸੀਂ ਲਗਾਤਾਰ 3-4 ਦਿਨ ਤੋਂ ਇਹਨੂੰ ਡਿਸਕਸ ਕਰ ਰਹੇ ਹਾਂ, ਇਸ ਇਸ਼ੂ ਨੂੰ। ਇਸ ਉੱਤੇ ਪਹਿਲਾਂ ਥੋੜਾ ਜਿਹਾ ਉਹ ਡਿਸਕਸ ਕਰ ਲਈਏ ਕਿ ਕੱਲ ਹੋਇਆ ਕੀ ਹੈ। ਕੱਲ ਹੋਇਆ ਇਹ ਹੈਗਾ ਕਿ ਕਟਾਰੂ ਚੱਕ ਵਾਲਾ ਜਿਹੜਾ ਮਾਮਲਾ ਹੈ, ਉਹਦੇ ਵਿੱਚ ਡਿਪਾਰਟਮੈਂਟ ਨੇ ਇਸ ਦੀ ਵਿਜੀਲੈਂਸ ਤੋਂ ਜਾਂਚ ਕਰਵਾਉਣ ਲਈ ਚਿੱਠੀ ਲਿਖਤੀ ਹੈ, ਪਲੱਸ ਉਹਦਾ ਰਿਕਾਰਡ ਵੀ ਭੇਜਤਾ। ਕੁਝ ਰਿਕਾਰਡ ਉਹਨਾਂ ਨੇ ਹੋਰ ਮੰਗਿਆ ਵਿਜੀਲੈਂਸ ਨੇ। ਉਹਨਾਂ ਨੇ ਕਿਹਾ ਕਿ ਜਦੋਂ ਇਹ ਸਾਰਾ ਆ ਜਾਏਗਾ ਤਾਂ ਅਸੀਂ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਾਂਗੇ। ਨੰਬਰ 1 ਇਹ ਹੋਇਆ। ਨੰਬਰ 2 ਤੇ ਨਾਲ ਦੀ ਨਾਲ ਉਹਨਾਂ ਨੂੰ ਜਿਹੜੇ DDPO ਹੈਗੇ ਆ ਕੁਲਦੀਪ ਸਿੰਘ, ਉਹਨਾਂ ਨੂੰ ਚਾਰਜ ਸ਼ੀਟ ਵੀ ਕਰਨਾ ਹੈ ਵੀ ਤੁਸੀਂ ਇਹ ਜਿਹੜਾ ਜ਼ਮੀਨ ਹੈਗੀ ਹੈ ਉਹ ਕਿਵੇਂ ਦੇਤੀ। ਸੋ ਇਹ ਅਲੱਗ ਤੋਂ ਡਿਪਾਰਟਮੈਂਟਲ ਇਨਕੁਆਇਰੀ ਅਲੱਗ ਤੋਂ ਚੱਲੇਗੀ, ਵਿਜੀਲੈਂਸ ਵਾਲੀ ਅਲੱਗ ਤੋਂ ਚੱਲੇਗੀ। ਸੋ ਕੁਲਦੀਪ ਸਿੰਘ ਤਾਂ ਉਹਦੇ ਵਿੱਚ ਹੈ ਹੀ ਨਹੀਂ। ਪਰ ਸਵਾਲ ਇੱਥੇ ਇਹ ਹੋ ਰਿਹਾ ਹੈ ਕਿ ਅਸੀਂ ਬਾਰ-ਬਾਰ ਜਦੋਂ ਲਾਲਚੰਦ ਕਟਾਰੂ ਚੱਕ ਵਾਲਾ ਦੀ ਵੀ ਗੱਲ ਕਰਦੇ ਹਾਂ, ਕੱਲ ਆਪੋਜੀਸ਼ਨ ਨੇ ਤੁਸੀਂ ਦੇਖਿਆ ਹੋਣਾ, ਸੁਖਬੀਰ ਬਾਦਲ ਹੋਣ ਚਾਹੇ ਪ੍ਰਤਾਪ ਸਿੰਘ ਬਾਜਵਾ ਹੋਣ, ਲਗਾਤਾਰ ਉਹਨਾਂ ਨੇ ਬਹੁਤ ਨਿਸ਼ਾਨੇ ਵਿੱਢੇ। ਪਰਚਾ ਦਰਜ ਕਰਾਉਣ ਦੀ ਗੱਲ ਵੀ ਕੀਤੀ, ਕਿਸੇ ਨੇ CBI ਦੀ ਜਾਂਚ ਦੀ ਮੰਗ ਕੀਤੀ, ਸਾਰੀਆਂ ਚੀਜ਼ਾਂ ਦੇ। ਪਰ ਇਹਦੇ ਵਿੱਚ ਅਸੀਂ ਇੱਕ ਗੱਲ ਫਿਰ ਛੱਡ ਜਾਂਦੇ ਹਾਂ ਵੀ ਅਫਸਰਸ਼ਾਹੀ ਦਾ ਕੀ ਕੋਈ ਰੋਲ ਨਹੀਂ ਹੈਗਾ ਕਿ ਉਹਨੇ ਬਿਨਾਂ ਅੱਖਾਂ ਬੰਦ ਕਰਕੇ ਹੀ ਸਾਈਨ ਕੀਤੇ ਹੋਏ ਨੇ। ਸੋ ਇਹ ਵਾਲੇ ਸਵਾਲ ਵੀ ਉੱਥੇ ਹੀ ਨੇ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਵੀ ਕੇ ਸ਼ਿਵਾ ਪ੍ਰਸਾਦ ਵਰਗੇ ਇੰਨੇ ਸੀਨੀਅਰ ਮਤਲਬ ਫਾਈਨੈਂਸ਼ੀਅਲ ਕਮਿਸ਼ਨਰ ਰੈਂਕ ਦੇ ਬੰਦੇ ਬਿਨਾਂ ਮਤਲਬ ਇਹ ਤੱਥਾਂ ਦੀ ਜਾਂਚ ਕੀਤੇ ਹੋਏ ਕਿ ਇੱਕ DDPO ਨੂੰ ADC ਬਣਾਉਣ ਵਾਸਤੇ ਘੱਟੋ ਘੱਟ 1 ਸਾਲ ਦਾ ਪ੍ਰੋਬੇਸ਼ਨ ਪੀਰੀਅਡ ਹੁੰਦਾ ਹੈ, ਉਹ ਉਹਦਾ ਪੂਰਾ ਹੀ ਨਹੀਂ ਹੋਇਆ। ਸਿਰਫ 2 ਦਿਨ ਹੋਏ ਆ ਉਹਨੂੰ DDPO ਬਣੇ ਨੂੰ। ਉਹਨੂੰ ਆਪਾਂ ADC ਦਾ ਚਾਰਜ ਦੇ ਰਹੇ ਹਾਂ ਕਿ ਇਹ ਦਿੱਤਾ ਵੀ ਜਾ ਸਕਦਾ ਕਿ ਨਹੀਂ ਦਿੱਤਾ ਜਾ ਸਕਦਾ। ਕਿ ਇਹ ਤੱਥਾਂ ਦੀ ਬਿਲਕੁਲ ਜਾਣਕਾਰੀ ਉਹਨਾਂ ਨੇ ਨਹੀਂ ਮੰਗੀ ਡਿਪਾਰਟਮੈਂਟ ਤੋਂ, ਜੇ ਮੰਗੀ ਤਾਂ ਕੀ ਉਹਨਾਂ ਨੇ ਮਿਨਿਸਟਰ ਨੂੰ ਨਹੀਂ ਦੱਸੀ ਇਹ ਗੱਲ। ਸੋ ਉਹਨਾਂ ਦੀ ਵੀ ਮੈਨੂੰ ਲੱਗਦਾ ਕਿ ਉਹਨਾਂ ਦੀ ਵੀ ਜਾਂਚ ਤਾਂ ਹੋਣੀ ਹੀ ਚਾਹੀਦੀ ਹੈ। ਆਪਾਂ ਸਿਰਫ ਔਰ ਸਿਰਫ ਮੰਤਰੀਆਂ ਨੂੰ ਕਟਹਿਰੇ 'ਚ ਤਾਂ ਖੜਾ ਕਰ ਦਿੰਦੇ ਹਾਂ ਹਮੇਸ਼ਾ ਹੀ, ਕਿਉਂਕਿ ਸ਼ਾਇਦ ਲੱਗਦਾ ਕਿ ਉਹ ਸੌਖਾ ਟਾਰਗੇਟ ਨੇ। ਇਹਦੇ 'ਚ ਇੰਦਰਪ੍ਰੀਤ ਜੀ ਮੈਂ 2 ਪਹਿਲੂ ਜ਼ਰੂਰ ਸਾਹਮਣੇ ਰੱਖਦੇ ਹਾਂ। ਇੱਕ ਤਾਂ ਇਸ ਸੰਬੰਧੀ ਮੈਂ ਕੇ ਸ਼ਿਵਾ ਪ੍ਰਸਾਦ ਜੀ ਨੂੰ ਇੰਟਰਨੈਟ ਕਾਲ ਵੀ ਕੀਤੀ ਔਰ ਉਹਨਾਂ ਨੂੰ ਮੈਂ ਫੋਨ ਕਾਲ ਵੀ ਕੀਤੀ, ਜਿਹਦਾ ਉਹਨਾਂ ਨੇ ਕੋਈ ਹੁੰਗਾਰਾ ਨਹੀਂ ਭਰਿਆ। ਇਸੇ ਸੰਦਰਭ ਦੇ ਵਿੱਚ ਮੈਂ ਮਹਿਕਮੇ ਦੇ ਡਾਇਰੈਕਟਰ ਜਿਹੜੇ ਕਿ IAS ਨੇ, ਗੁਰਪ੍ਰੀਤ ਸਿੰਘ ਖਹਿਰਾ, ਉਹਨਾਂ ਨੂੰ ਵੀ ਨੌਕ ਕੀਤਾ, ਲੇਕਿਨ ਉਹ ਉਹਨਾਂ ਦਿਨਾਂ ਦੇ ਵਿੱਚ ਛੁੱਟੀ ਤੇ ਸੀ। ਉਹਨਾਂ ਵੱਲੋਂ ਇਹ ਦੱਸਿਆ ਗਿਆ, ਉਹਨਾਂ ਵੱਲੋਂ ਸਿਰਫ ਇੰਨੀ ਕੀ ਜਾਣਕਾਰੀ ਦਿੱਤੀ ਗਈ ਕਿ ਉਹ ਉਹਨਾਂ ਦਿਨਾਂ ਦੇ ਵਿੱਚ ਮਹਿਕਮੇ ਦੇ ਵਿੱਚੋਂ ਛੁੱਟੀ ਤੇ ਸੀਗੇ। ਸੋ ਜਦੋਂ ਮੈਂ ਇਹਦੇ ਸੰਬੰਧੀ ਹੋਰ ਥੋੜੀ ਜਾਣਕਾਰੀ ਪ੍ਰਾਪਤ ਕਰਨ ਦਾ ਯਤਨ ਕੀਤਾ ਤਾਂ ਉਹਨਾਂ ਦਿਨਾਂ 'ਚ ਭੁਪਿੰਦਰ ਸਿੰਘ ਇਹ ਕੰਮਕਾਜ ਬਤੌਰ ਡਾਇਰੈਕਟਰ ਦੇਖ ਰਹੇ ਸੀ। ਔਰ ਸਵਾਲ ਇਸ ਤੋਂ ਵੀ ਅਹਿਮ ਆ ਕਿ ਡਾਇਰੈਕਟਰ ਵੱਲੋਂ ਉਹਦੇ ਉੱਤੇ ਕੋਈ ਖਾਸ ਟਿੱਪਣੀ ਨਹੀਂ ਕੀਤੀ ਗਈ ਫਾਈਲ ਦੇ ਉੱਤੇ। ਡਾਇਰੈਕਟਰ ਵਾਲਾ ਕਾਲਮ ਸਾਇਲੈਂਟ ਆ। ਡਾਇਰੈਕਟਰ ਨੇ ਦਸਤਖਤ ਵੀ ਕੀਤੇ ਨੇ ਕਿ ਨਹੀਂ ਕੀਤੇ ਇਹ ਵਿਜੀਲੈਂਸ ਜਾਂਚ ਕਰੇ। ਮੈਂ ਇਹਦੇ ਉੱਤੇ ਬਿਲਕੁਲ ਟਿੱਪਣੀ ਨਹੀਂ ਕਰਨਾ ਚਾਹੁੰਦਾ, ਪਰ ਮੈਂ ਸਾਫ਼ ਲਫ਼ਜ਼ਾਂ 'ਚ ਸੰਕੇਤਕ ਦੱਸ ਦਿੰਦਾ ਕਿ ਡਾਇਰੈਕਟਰ ਚੁੱਪ ਨੇ ਕਿਉਂਕਿ ਸ਼ਿਵਾ ਪ੍ਰਸਾਦ ਫਾਈਨੈਂਸ਼ੀਅਲ ਕਮਿਸ਼ਨਰ ਰੂਰਲ ਡਿਵੈਲਪਮੈਂਟ ਉਹਨੂੰ ਅਪਰੂਵ ਕਰ ਦਿੰਦੇ ਨੇ ਔਰ ਮੰਤਰੀ ਜਿਨ੍ਹਾਂ ਵੱਲੋਂ ਇਹ ਕੇਸ ਆਇਆ ਹੋਊਗਾ ਔਰ ਜਿਨ੍ਹਾਂ ਨੇ ਅੰਤਮ ਅਪਰੂਵਲ ਦਿੱਤੀ ਕੇ ਸ਼ਿਵਾ ਪ੍ਰਸਾਦ ਜਿਹੜੇ ਅੱਜ ਕੱਲ੍ਹ ਪ੍ਰਿੰਸੀਪਲ ਸੈਕਟਰੀ ਨੇ ਪੰਜਾਬ ਦੇ ਗਵਰਨਰ ਦੇ, ਉਹ ਰਾਜ ਭਵਨ 'ਚ ਬੈਠਦੇ ਨੇ ਔਰ ਬਨਵਾਰੀ ਲਾਲ ਪੁਰੋਹਿਤ ਦੇ ਨਾਲ ਨੇ। ਉਹਨਾਂ ਨੇ ਉਹਨਾਂ ਦਿਨਾਂ 'ਚ ਅਪਰੂਵਲ ਕਿਉਂ ਦਿੱਤੀ ਔਰ ਕੁਲਦੀਪ ਸਿੰਘ ਧਾਲੀਵਾਲ ਮੰਤਰੀ ਨੇ ਇਸ ਗੱਲ ਨੂੰ ਅੰਤਮ ਅਪਰੂਵਲ ਕਿਉਂ ਦਿੱਤੀ? ਇਹ ਦੋਨੇ ਮਾਮਲੇ ਜਾਂਚ ਦਾ ਵਿਸ਼ਾ ਨੇ ਕਟਾਰੂ ਚੱਕ ਦੇ ਨਾਲ ਜਿੱਥੇ ਸ਼ਾਇਦ ਪਾਸਿਓਂ ਦੀ ਲੰਘਿਆ ਜਾ ਰਿਹਾ। ਮੈਂ ਤੁਹਾਨੂੰ ਗੱਲ ਤੋਰਨ ਨੂੰ ਕਹੂੰਗਾ ਜੀ। ਮੈਂ ਇਹੀ ਗੱਲ ਕਰ ਰਿਹਾ ਸੀ ਕਿ ਜਦੋਂ ਜਿਹੜੇ ਡਿਪਾਰਟਮੈਂਟ ਮਿਨਿਸਟਰ, ਦੇਖੋ ਮਿਨਿਸਟਰ ਨੂੰ ਸਾਰੇ ਬੰਦਿਆਂ ਦਾ ਨਹੀਂ ਪਤਾ ਹੁੰਦਾ, ਉਹ ਸਿਰਫ ਭੇਜਦੇ ਆ। ਪਰ ਜਦੋਂ ਆਪਾਂ ਇਹ ਗੱਲ ਕਰਦੇ ਹਾਂ ਕਿ ਉਹਨਾਂ ਨੇ ਭੇਜਤਾ ਕਿ ਇਹਨੂੰ ਲਗਾ ਦਿਓ, ਤਾਂ ਇਹ ਡਿਪਾਰਟਮੈਂਟ ਦੇ ਹੈੱਡ ਦਾ ਫਰਜ਼ ਹੈ ਕਿ ਉਹ ਇਸ ਦੀ ਜਾਂਚ ਕਰਕੇ ਦੱਸੇ ਮੰਤਰੀ ਨੂੰ ਕਿ ਇਹ ਲੱਗ ਸਕਦਾ ਕਿ ਨਹੀਂ ਲੱਗ ਸਕਦਾ। ਅਗਰ ਨਹੀਂ ਲੱਗ ਸਕਦਾ ਕਿਉਂ ਨਹੀਂ ਲੱਗ ਸਕਦਾ, ਤਾਂ ਉਹ ਚੀਜ਼ਾਂ ਕੀ ਨਹੀਂ ਘੋਖੀਆਂ ਗਈਆਂ। ਸੋ ਇਹ ਸਾਰੇ ਜਾਂਚ ਦੇ ਵਿਸ਼ੇ ਹੈਗੇ ਨੇ। ਜੋ ਤੁਸੀਂ ਗੱਲ ਕੀਤੀ ਹੈ, ਮੈਂ ਬਿਲਕੁਲ ਉਸੇ ਗੱਲ ਤੇ ਆ ਰਿਹਾ ਸੀਗਾ ਕਿ ਸਾਰੇ ਜਾਂਚ ਦੇ ਵਿਸ਼ੇ ਨੇ। ਵਿਜੀਲੈਂਸ ਇਸ ਦੇ ਉੱਤੇ ਜਾਏਗੀ ਕਿ ਸਿਰਫ ਕੱਲੇ ਕੁਲਦੀਪ ਸਿੰਘ ਨੂੰ
ਵੀ ਉਹਨੇ ਜ਼ਮੀਨ ਦੇਤੀ ਕਿਸੇ ਦੇ ਨਾਂ ਤੇ ਕਰਤੀ, ਇਹਦੇ ਉੱਤੇ ਹੀ ਫੋਕਸ ਕਰੇਗੀ। ਸੋ ਦੋ ਚੀਜ਼ਾਂ ਅਲੱਗ-ਅਲੱਗ ਨੇ। ਮੈਂ ਕਹਿ ਰਿਹਾ ਕਿ ਵਿਜੀਲੈਂਸ ਨੂੰ ਪੂਰਾ ਮਾਮਲਾ ਦੇਖਣਾ ਚਾਹੀਦਾ ਹੈ, ਕੱਲਾ ਜ਼ਮੀਨ ਦਾ ਨਹੀਂ। ਜ਼ਮੀਨ ਤਾਂ ਕਹਿੰਦੇ ਜਦੋਂ ਹੀ ਉਹ ਡਿਪਾਰਟਮੈਂਟ ਦੇ ਡਾਇਰੈਕਟਰ ਦੇ ਉਸ ਚ ਆਈ, ਧਿਆਨ ਦੇ ਵਿੱਚ ਆਈ, ਤਾਂ ਉਦੋਂ ਹੀ ਉਹ ਫੈਸਲਾ ਤਾਂ ਰੋਕਤਾ ਗਿਆ ਸੀਗਾ। ਸੋ ਜ਼ਮੀਨ ਦਾ ਜਦ ਤਬਾਦਲਾ ਹੀ ਨਹੀਂ ਹੋਇਆ ਤਾਂ ਉਹ ਤਾਂ ਮਾਮਲਾ ਠੱਪ ਹੋ ਗਿਆ। ਹੁਣ ਤਾਂ ਜਿਹੜੀਆਂ ਪ੍ਰੋਸੀਜਰਲ ਗਲਤੀਆਂ ਨੇ ਉਹਦੇ ਚ ਹੈ। ਫਿਰ ਇਹਦੇ ਤੋਂ ਸਵਾਲ ਉੱਠਦਾ ਕਿ ਜਿਹੜਾ ਦੁਬਾਰਾ ਲਾਲਚੰਦ ਕਟਾਰੂ ਚੱਕ ਹੋਣ ਚਾਹੇ ਕੁਲਦੀਪ ਧਾਲੀਵਾਲ ਹੋਣ, ਉਹ ਜਿਹੜੇ ਸਰਕਾਰ ਦੀ ਅੰਬੈਰਸਮੈਂਟ ਕਰਦੇ ਆ, ਕਿ ਉਹਨਾਂ ਨੂੰ ਹੁਣ ਦੁਬਾਰਾ ਨਵੇਂ ਸਿਰ ਤੋਂ ਛਾਂਗਿਆ ਜਾਣਾ, ਕਿਉਂਕਿ ਪਹਿਲਾਂ ਤਾਂ ਇੱਕ ਵਾਰ ਕੁਲਦੀਪ ਧਾਲੀਵਾਲ ਨੂੰ ਤਾਂ ਉਹਨਾਂ ਨੇ ਤਾਂ ਪਰਕੁਦਰ ਹੀ ਦਿੱਤੇ ਆ। ਤੁਸੀਂ ਦੇਖੋ ਹੁਣ ਤਾਂ ਕੱਲਾ NRI ਮਹਿਕਮਾ ਰਹਿ ਗਿਆ, ਐਗਰੀਕਲਚਰ ਔਰ ਰੂਰਲ ਡਿਵੈਲਪਮੈਂਟ ਵਰਗੇ ਵੱਡੇ ਮਹਿਕਮੇ ਉਹਨਾਂ ਤੋਂ ਲੈ ਲਏ ਹੈ। ਹੁਣ ਤਾਂ NRI ਇੱਕ ਮਹਿਕਮਾ ਹੈ, ਸ਼ਾਇਦ ਪਤਾ ਨਹੀਂ ਉਹਨਾਂ ਉੱਥੇ ਕੋਈ ਕੰਮ ਹੈ ਕਿ ਨਹੀਂ ਹੈ। ਲਾਲਚੰਦ ਕਟਾਰੂ ਤੱਕ ਜਿਹੜੇ ਹੈਗੇ ਆ ਉਹ ਲਗਾਤਾਰ ਦੂਸਰੀ ਵਾਰ ਜਿਹੜਾ ਹੈਗਾ ਨਿਸ਼ਾਨੇ ਤੇ ਨੇ, ਔਰ ਕੱਲ ਜਿਵੇਂ ਆਪੋਜੀਸ਼ਨ ਨੇ ਨਿਸ਼ਾਨੇ ਸਾਧ ਰਹੇ ਹੈ ਔਰ CM ਉੱਥੇ ਗਏ ਹੈ। ਸੋ ਕਿਤੇ ਨਾ ਕਿਤੇ ਦੋਨੋਂ ਗੱਲਾਂ ਸੁਗਬੁਗਾਹਟ ਪੈਦਾ ਕਰ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਨਵੇਂ ਸਿਰੇ ਤੋਂ ਕੋਈ ਮੰਤਰੀ ਮੰਡਲ ਚ ਫੇਰ ਬਦਲ ਤਾਂ ਨਹੀਂ ਹੋਣ ਜਾ ਰਿਹਾ। ਦੂਸਰੀ ਗੱਲ ਤੁਸੀਂ ਪੁੱਛੀ ਸੀ, ਮੈਂ ਸਿਰਫ ਇਹਦੇ ਚ ਇੱਕ ਚੀਜ਼ ਸ਼ਾਮਲ ਕਰਾਂ, ਕਿਉਂਕਿ ਗੱਲ ਨੂੰ ਸਿਰੇ ਲਾ ਲਈਏ। ਮੈਂ ਤੁਹਾਡੇ ਤੋਂ ਇਹ ਜਾਣਨਾ ਵੀ ਹੈ ਕਿ ਕੱਲ ਤੁਸੀਂ ਜਿਹੜੇ ਮਹਿਕਮੇ ਦੇ ਮੌਜੂਦਾ ਕਮਿਸ਼ਨਰ ਨੇ ਰੂਰਲ ਡਿਵੈਲਪਮੈਂਟ ਦੇ, ਫਾਈਨੈਂਸ਼ੀਅਲ ਕਮਿਸ਼ਨਰ DK ਤਿਵਾੜੀ, ਤੁਸੀਂ ਉਹਨਾਂ ਨਾਲ ਵੀ ਗੱਲ ਕੀਤੀ ਹੈ। ਉਹਨਾਂ ਵੱਲੋਂ ਕੋਈ ਇਹਦੇ ਉੱਤੇ ਕੋਈ ਟਿੱਪਣੀ ਆਈ ਕਿ ਨਹੀਂ? ਨੰਬਰ 1। ਨੰਬਰ 2, ਇਹ ਵੀ ਸਵਾਲ ਬਹੁਤ ਅਹਿਮ ਆ ਕਿ ਕੀ ਕੇ ਸ਼ਿਵਾ ਪ੍ਰਸ਼ਾਦ ਜਨਤਕ ਤੌਰ ਤੇ ਇਹ ਗੱਲ ਦੱਸਣਗੇ? ਜਾਂਚ ਵਿੱਚ ਤਾਂ ਉਹ ਦੱਸਣਗੇ ਹੀ, ਪਰ ਕਿਉਂਕਿ ਉਹਨਾਂ ਤੇ ਹਰਫਾ ਰਿਹਾ, ਉਹ ਦੱਸਣਗੇ ਕਿ ਉਹਨਾਂ ਦੀ ਕਿਸੇ ਨੇ ਬਾਂਹ ਮਰੋੜੀ ਸੀ, ਉਹਨਾਂ ਨੇ ਕਿੰਨਾ ਹਾਲਾਤਾਂ ਦੇ ਵਿੱਚ ਇਸ ਤਰ੍ਹਾਂ ਕੀਤਾ। ਜੇ ਉਹਨਾਂ ਬਾਰੇ ਆਮ ਤੌਰ ਤੇ ਰਾਏ ਬਣਦੀ ਹੈ ਕਿ ਉਹ ਕਾਫੀ ਚੰਗੀ ਇੰਟੈਂਸ਼ਨ ਵਾਲੇ ਅਫਸਰ ਨੇ, ਤਾਂ ਸਥਿਤੀ ਸਪਸ਼ਟ ਕਰਨ। ਅਦਰਵਾਈਜ਼ ਤਾਂ ਜਿਸਨੇ ਅਪਰੂਵਲ ਦਿੱਤੀ ਆ ਉਹ ਤਾਂ ਗਿਲਟੀ ਹੋਊਗਾ, ਉਹ ਤਾਂ ਘੇਰਿਆਂ ਚ ਆਊਗਾ, ਕਥਿਤ ਦੋਸ਼ੀ ਮੰਨਿਆ ਜਾਊਗਾ ਉਹ, ਕਿ ਕਿਉਂ ਦਿੱਤੀ, ਕਿਹਦੇ ਕਹਿਣ ਤੇ ਦਿੱਤੀ। ਜਦੋਂ ਤੁਹਾਨੂੰ ਕਸਟੋਡੀਅਨ ਬਣਾਇਆ ਗਿਆ, ਤੁਸੀਂ ਸਹੁੰ ਚੁੱਕ ਕੇ ਆਏ ਹੋ ਕਿ ਤੁਸੀਂ ਕੋਈ ਗਲਤ ਕੰਮ ਨਹੀਂ ਹੋਣ ਦੇਣਾ, ਤੁਸੀਂ ਨਿਯਮਾਂ ਨੂੰ ਅੱਖੋਂ ਪਰੋਖੇ ਕਰਕੇ ਜਿਹੜੀ ਗੱਲ ਹੋ ਰਹੀ ਸੀ ਉਹਨੂੰ ਅੱਗੇ ਕਿਉਂ ਵਧਾਤਾ ਗਿਆ? ਇਹਨੂੰ ਜ਼ਰਾ ਆਖਰੀ ਟਿੱਪਣੀ ਦੇ ਰੂਪ ਚ ਜ਼ਰੂਰ ਲੈ। ਬਿਲਕੁਲ ਮੈਂ ਇਹੀ ਕਹਿ ਰਿਹਾ ਰੰਧਾਵਾ ਸਾਹਿਬ ਤੁਹਾਨੂੰ, ਕਿ ਜਿਹੜੀ ਸ਼ਿਵਾ ਪ੍ਰਸਾਦ ਹੋਰਾਂ ਦੀ ਇੰਟੈਂਸ਼ਨ ਹੋ ਸਕਦਾ ਕਿ ਮਾੜੀ ਨਾ ਹੋਵੇ, ਪਰ ਇਹ ਉਹਨਾਂ ਦਾ ਨੈਤਿਕ ਫਰਜ਼ ਵੀ ਹੈਗਾ ਕਿ ਸਾਰੀ ਸਥਿਤੀ ਸਪਸ਼ਟ ਕਰੇ CM ਨੂੰ। ਉਹ ਇੱਕ ਛਾਨਣੀ ਦਾ ਕੰਮ ਕਰਦੇ ਆ ਉੱਥੇ, CM ਮਿਨਿਸਟਰ ਔਰ ਡਿਪਾਰਟਮੈਂਟ ਦੇ ਵਿੱਚ ਇੱਕ ਛਾਨਣੀ ਹੈ ਕਿ ਕੋਈ ਗਲਤ ਕੰਮ ਮਿਨਿਸਟਰ ਤੋਂ ਨਾ ਕਰਾਇਆ ਜਾ ਸਕੇ। ਸੈਕਟਰੀ ਨੇ ਦੇਖਣਾ ਹੁੰਦਾ, ਜੇ ਸੈਕਟਰੀ ਨਹੀਂ ਦੇਖ ਰਿਹਾ ਤਾਂ ਮੈਨੂੰ ਲੱਗਦਾ ਕਿ ਉਹ ਵੀ ਫਿਰ ਉਨਾ ਹੀ ਗਿਲਟੀ ਹੈ। ਉਹਦੇ ਤੇ ਵੀ ਜਿਹੜੀ ਵਿਜੀਲੈਂਸ ਜਾਂਚ ਦਾ ਦਾਇਰਾ ਉੱਥੇ ਤੱਕ ਵਿਜੀਲੈਂਸ ਨੂੰ ਵਧਾਉਣਾ ਚਾਹੀਦਾ। ਦੂਜੀ ਗੱਲ ਜਿਹੜੀ ਆਪਾਂ ਕਰ ਰਹੇ ਸੀ, ਅਫਸਰ ਘੱਟ ਨਹੀਂ, ਖਾਲੀ ਬੈਠੇ ਨੇ ਇਸ ਟਾਈਮ ਬਹੁਤ ਸਾਰੇ, ਤੇ ਬਹੁਤ ਸਾਰੇ ਡਿਪਾਰਟਮੈਂਟਾਂ ਨੂੰ ਹਜੇ ਤੱਕ ਅਫਸਰ ਮਿਲੇ ਹੀ ਨਹੀਂ। ਤੁਸੀਂ ਦੇਖੋ VK ਜੰਜੂਆ ਹੋਰਾਂ ਨੂੰ ਰਿਟਾਇਰ ਹੋਏ 1 ਮਹੀਨੇ 8 ਦਿਨ 9 ਦਿਨ ਹੋ ਗਿਆ, ਅੱਜ ਨਾਲ 9 ਤਰੀਕ ਤੱਕ ਬੈਠੇ ਆ, ਔਰ ਪਿਛਲੇ 39 ਦਿਨ ਤੋਂ ਇਹ ਪੋਸਟ ਖਾਲੀ ਪਈ ਹੈ ਜਿਹੜੀ ਸੈਕਟਰੀ ਇੰਡਸਟਰੀ ਦੀ ਸੀ, ਜਿਹੜੀ ਅਨੁਰਾਗ ਵਰਮਾ ਕੋਲ ਸੀ। ਜਦੋਂ ਉਹ ਚੀਫ ਸੈਕਟਰੀ ਬਣ ਗਏ ਤਾਂ ਉਹਨਾਂ ਦੀ ਇਹ ਪੋਸਟ ਜਿਹੜੀ ਇੰਡਸਟਰੀ ਵਾਲੀ ਸੀ ਉਹ ਹਜੇ ਤੱਕ ਚਾਰਜ ਕਿਸੇ ਨੂੰ ਦਿੱਤਾ 40 ਦਿਨ ਹੋ ਗਿਆ। ਇਹ ਉਹਨਾਂ ਕੋਲ ਹੀ ਇਨਵੈਸਟਮੈਂਟ ਪ੍ਰਮੋਸ਼ਨ ਦਾ ਵੀ ਪ੍ਰਸ਼ਾਸਨਿਕ ਸੈਕਟਰੀ ਦਾ ਅਧਿਕਾਰ ਵੀ ਉਹਨਾਂ ਕੋਲ ਹੀ ਸੀ, ਉਹ ਵੀ ਜਿਹੜਾ ਹੈਗਾ ਹਜੇ ਤੱਕ ਪੋਸਟ ਕਿਸੇ ਨੂੰ ਨਹੀਂ ਦਿੱਤੀ ਗਈ ਹੈਗੀ ਹੈ। ਸੋ ਇਸੇ ਤਰ੍ਹਾਂ ਹੀ ਜੇਲ੍ਹ ਡਿਪਾਰਟਮੈਂਟ ਰਵਨੀਤ ਕੌਰ ਮੈਡਮ ਨੂੰ ਗਏ ਹੋਏ ਨੂੰ ਮਈ ਦੇ ਗਏ ਹੋਏ ਆ। ਤੁਸੀਂ ਦੇਖੋ ਜੂਨ, ਜੁਲਾਈ, ਅਗਸਤ ਦੇ ਵਿੱਚ 3 ਮਹੀਨੇ ਹੋ ਗਏ ਲਗਭਗ ਉਹਨਾਂ ਨੂੰ ਵੀ ਗਏ, ਤੇ 3 ਮਹੀਨੇ ਤੋਂ ਜੇਲ੍ਹ ਡਿਪਾਰਟਮੈਂਟ ਇੱਕ ਡਿਪਟੀ ਸੈਕਟਰੀ ਦੇ ਉੱਤੇ ਚੱਲ ਰਿਹਾ ਹੈ। ਇੰਟਰਸਟਿੰਗ ਗੱਲ ਇਹਦੇ ਚ ਕੀ ਸੀ? ਇੰਟਰਸਟਿੰਗ ਗੱਲ ਸੀ ਕਿ ਪਿਛਲੇ ਦਿਨ ਇੱਕ ਮਾਨਸਾ ਦੇ ਵਿੱਚ ਕੈਬਨਿਟ ਦੀ ਮੀਟਿੰਗ ਹੋਈ, ਉੱਥੇ ਏਜੰਡਾ ਜਿਹੜਾ ਹੈ ਉਹ ADGP ਜਿਹੜੇ ਜੇਲ੍ਹ ਨੇ ਉਹਨਾਂ ਨੇ ਪੇਸ਼ ਕੀਤਾ। ਯਾਨੀ ਕਿ ਤੁਸੀਂ ਦੇਖੋ 3 ਮਹੀਨੇ ਤੋਂ ਜੇਲ੍ਹ ਡਿਪਾਰਟਮੈਂਟ ਬਿਲਕੁਲ ਪ੍ਰਸ਼ਾਸਨਿਕ ਆਪਣੇ ਸੈਕਟਰੀ ਤੋਂ ਸੱਖਣਾ ਪਿਆ। ਸੋ ਹੁਣ ਸੀਮਾ ਜੈਨ ਮੈਡਮ ਵੀ ਚਲੇ ਗਏ ਹੈਗੇ ਆ, ਉਹਨਾਂ ਦੀ ਵੀ ਸੈਂਟਰ ਡੈਪੂਟੇਸ਼ਨ ਤੇ ਇਸ 31 ਜੁਲਾਈ ਨੂੰ। ਸੋ ਐਜੂਕੇਸ਼ਨ ਡਿਪਾਰਟਮੈਂਟ ਵੀ ਸਾਡੇ ਕੋਲ ਖਾਲੀ ਹੋ ਗਿਆ। ਸੋ ਸਵਾਲ ਹੁਣ ਇਹ ਹੈ ਵੀ ਇੱਕ ਪਾਸੇ ਤਾਂ ਸਾਰੇ ਮਹਿਕਮੇ ਖਾਲੀ ਪਏ ਆ, ਦੂਸਰੇ ਇੰਨੇ ਸੀਨੀਅਰ ਅਫਸਰ ਜਿਨ ਚ ਬਾਲਾ ਮੁਰਗਨ ਸਾਹਿਬ ਨੇ, ਗਗਨਦੀਪ ਬਰਾੜ ਨੇ, ਸਮੇਰ ਗੁੱਜਰ ਨੇ, ਹੋਰ ਕਿੰਨੇ ਅਫਸਰ ਇਦਾਂ ਦੇ ਨੇ ਜਿਹੜੇ ਬਿਲਕੁਲ ਖਾਲੀ ਬੈਠੇ ਨੇ। ਉਹਨਾਂ ਕੋਲੇ ਬਹੁਤ ਰੱਖਿਆ ਸੇਵਾਵਾਂ ਜਿਨ੍ਹਾਂ ਚ ਮੈਨੂੰ ਲੱਗਦਾ ਸ਼ਾਇਦ ਹੀ ਪੂਰੇ ਮਹੀਨੇ ਚ ਇੱਕ ਫਾਈਲ ਆਉਂਦੀ ਹੋਵੇ, ਇਸ ਤਰ੍ਹਾਂ ਦੇ ਵੀ ਅਫਸਰ ਬੈਠੇ ਹੈ। ਔਰ ਗੁਰਕੀਰਤ ਕਿਰਪਾਲ ਸਿੰਘ ਵਰਗੇ ਅਫਸਰ ਨੇ ਜਿਨ੍ਹਾਂ ਕੋਲੇ 3 ਵੱਡੇ ਮਹਿਕਮੇ ਨੇ, ਫੂਡ ਐਂਡ ਸਪਲਾਈ, ਹੋਮ, ਮਾਈਨਿੰਗ। ਤੁਸੀਂ ਦੇਖੋ ਕਿੰਨੇ ਇੱਕ ਅਫਸਰ ਇਸ ਤਰ੍ਹਾਂ ਹੀ ਅਸੀਂ
ਕਿ ਕੈਪਸਨਾਂ ਨੇ ਜਿਹੜੇ ਉਹਨਾਂ ਕੋਲ FCD FCR ਕਿੱਡੇ ਵੱਡੇ ਵੱਡੇ ਮਹਿਕਮੇ ਇੱਕ ਇੱਕ ਅਫਸਰ ਨੂੰ ਦਿੱਤੇ ਹੋਏ ਨੇ, ਜਦਕਿ ਇੱਕ ਅਫਸਰ ਕੋਲ ਹੀ ਉੱਥੇ ਬਹੁਤ ਕੰਮ ਹੁੰਦਾ ਹੈ ਇੱਕ ਮਹਿਕਮੇ ਦਾ ਹੀ। ਉੱਥੇ ਤਾਂ ਦੋ ਮਹਿਕਮੇ ਦਿੱਤੇ ਹੋਏ ਨੇ, ਕੁਝ ਅਫਸਰ ਬਿਲਕੁਲ ਖਾਲੀ ਬੈਠੇ ਨੇ, ਕੁਝ ਡਿਪਾਰਟਮੈਂਟ ਹੀ ਬਿਲਕੁਲ ਖਾਲੀ ਬੈਠੇ ਨੇ। ਮੈਨੂੰ ਲੱਗਦਾ ਕਿ ਸ਼ਾਇਦ ਚੀਫ ਮਿਨਿਸਟਰ ਜਿਹੜਾ ਕੱਲ ਗਏ ਹੈ ਇਹਦੇ ਤੇ ਵੀ ਚਰਚਾ ਕਰਕੇ ਇਹ ਫੈਸਲਾ ਕਰਵਾ ਲਿਆ ਜਾਏਗਾ ਵੀ ਕਿੱਥੇ ਕਿਸ ਨੂੰ ਲਗਾਉਣਾ ਹੈਗਾ। ਇੰਦਰਪ੍ਰੀਤ ਜੀ, ਮੈਨੂੰ ਲੱਗਦਾ ਜਿਹੜੇ ਆ ਖਾਲੀ ਬੈਠੇ ਅਫਸਰ ਆ ਨਾ, ਇਹਨਾਂ ਨੇ ਤੁਹਾਨੂੰ ਚਾਹ ਕੋ ਵਧੀਆ ਬੇਸਣ ਨਾ ਪਿਆਈ ਲੱਗਦੀ। ਇਹ ਲੋਕਾਂ ਨੇ ਕਹਿਣਾ ਹੈ ਤੇ ਤੁਸੀਂ 3-4 ਨਾਂ ਲੈ ਲਏ ਅਫਸਰ, ਤੇ ਹੋਰ ਵੀ ਕਾਫੀ ਨੁਕਰੇ ਲੱਗੇ ਫੀਲ ਕਰਦੇ ਆ। ਕਈ ਸਮਰੱਥ ਬੰਦੇ ਨੁਕਰੇ ਲੱਗੇ ਰਹਿੰਦੇ ਆ, ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਬਹੁਤੀ ਚਮਚਾਗਰੀ ਨਹੀਂ ਕਰਦੇ, ਗੋਡੀਆਂ ਹੱਥ ਨਹੀਂ ਲਾਉਂਦੇ ਸਿਆਸਤਦਾਨਾਂ ਤੇ, ਉਹਨਾਂ ਨੂੰ ਫਿਰ ਅਹਿਮ ਮਹਿਕਮੇ ਨਹੀਂ ਮਿਲਦੇ। ਕਈ ਕੰਟਰੋਵਰਸ਼ੀਅਲ ਹੁੰਦੇ ਆ, ਉਹਨਾਂ ਨੂੰ ਫਿਰ ਵੀ ਅਹਿਮ ਤੋਂ ਅਹਿਮ ਮਹਿਕਮੇ ਮਿਲਦੇ ਰਹਿੰਦੇ ਆ। ਸਵਾਲ ਤਾਂ ਇਸ ਗੱਲ ਦਾ ਕਿ ਕੌਣ ਕਿੰਨੀ ਕੁ ਦਿਲਚਸਪੀ ਲੈ ਰਿਹਾ ਸਿਆਸਤਦਾਨਾਂ 'ਚ। ਮੈਂ ਚਲੋ ਇਹਦੇ 'ਚ ਦੋ ਗੱਲਾਂ ਬੜੀਆਂ ਜ਼ਰੂਰੀ ਨੇ ਕਿ ਮਾਝੇ 'ਚ 2 ਮੰਤਰੀ ਕਿਤੇ ਇਕੱਠੇ ਤਾਂ ਨਹੀਂ ਹਟਾਤੇ ਜਾਣਗੇ। ਆ ਵਿਰੋਧੀ ਧਿਰਾਂ ਵਾਲੇ ਤੇ ਐਵੇਂ ਰੌਲਾ ਪਾਉਣ ਲੱਗ ਪੈਂਦੇ, ਮੈਨੂੰ ਲੱਗਦਾ ਇਹ ਸਗੋਂ ਖਿਜਾ ਦਿੰਦੇ ਆ। ਜੇ ਮੁੱਖ ਮੰਤਰੀ ਦਾ ਮਨ ਵੀ ਹੋਵੇ ਨਾ ਵੀ ਕਰ ਲਈਏ, ਤੇ ਕਹਿੰਦੇ ਯਾਰ ਇਹ ਤੇ ਇਹਨਾਂ ਨੇ ਕਿਹਾ ਸੀ, ਇਹਨਾਂ ਨੇ ਕਹਿਣਾ ਅਸੀਂ ਹਟਵਾਤਾ। ਇਹ 2 ਦਿਨ ਚੁੱਪ ਰਿਹਾ ਕਰਨ ਤੇ ਕਿਸੇ ਨਾ ਕਿਸੇ ਦੀ ਬਲੀ ਤਾਂ ਸੁੱਖ ਨਾ ਹੋ ਜਾਏ, ਨਵੇਂ ਮੰਤਰੀ ਪੰਜਾਬ ਨੂੰ ਵੇਖਣ ਨੂੰ ਮਿਲ ਜਾਣ। ਖੈਰ, ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਕਿ ਇੱਕ ਮਹਿਲਾ ਮੰਤਰੀ ਨੂੰ ਵੀ ਬਦਲਿਆ ਜਾ ਸਕਦਾ, ਇਹ ਵੀ ਘੇਰਿਆਂ 'ਚ ਗੱਲ ਘੇਰੀ ਹੋਈ ਆ। ਮੈਂ ਭਾਸਕਰ ਸਾਹਿਬ ਤੁਹਾਡੇ ਨਾਲ ਅੱਗੇ ਤੁਰਨਾ, ਹੁਣ ਤੁਰਨਾ ਅਸੀਂ ਐਕਸਾਈਜ਼ ਵੱਲ ਥੋੜਾ ਜਿਹਾ ਲੇਟ ਆ ਜਾਾਂਗੇ। ਹੁਣ ਤੁਰਨਾ ਮੈਂ ਰਾਘਵ ਚੱਡਾ ਸਾਹਿਬ ਦੀ ਪੰਜਾਬ ਦੀ ਰਾਜਨੀਤੀ ਤੇ ਪਕੜ ਬੜੀ ਮਜ਼ਬੂਤ ਸੀ। ਇੱਕ ਇੱਕ ਫੈਸਲਾ, ਇੱਕ ਇੱਕ ਅਫਸਰ ਰਾਘਵ ਚੱਡਾ ਸਾਹਿਬ ਚੁਣ ਕੇ ਲੈਂਦੇ ਸੀਗੇ। ਲੇਕਿਨ ਇਹਨਾਂ ਦਿਨਾਂ ਦੇ ਵਿੱਚ ਐਸੀ ਸਾੜ ਸਤੀ ਦਿੱਲੀ ਦੇ ਵਿੱਚ ਐਕਸਾਈਜ਼ ਤੋਂ ਲੈ ਕੇ ਬਾਕੀ ਮਾਮਲਿਆਂ ਨੇ ਮਾਚੀ ਮਾਰ ਛੱਡਿਆ। ਸਵਾਦ ਹੀ ਨਹੀਂ ਆਇਆ, ਸਾਲ ਹੋ ਗਿਆ ਸਰਕਾਰ ਚਲਾਉਣ ਦਾ। ਪਰ ਆ ਜਿਹੜਾ ਹੁਣ ਨਵਾਂ ਪ੍ਰਿਵਿਲੇਜ ਪੰਗਾ ਪੈ ਗਿਆ, ਇਹਦੇ ਨਾਲ ਸਾਂਝ ਪਵਾਓ। ਦਰਅਸਲ ਇਹ ਪੰਗਾ ਹੈ ਕੀ, ਰਾਘਵ ਚੱਡਾ ਫਸੇ ਕਿੱਥੇ ਨੇ? ਉਧਰੋਂ ਸੰਜੇ ਸਿੰਘ ਚੰਦ ਚਾੜੀ ਜਾਂਦੇ ਆ ਕਿ ਅਸੀਂ ਪੰਜਾਬ ਚੋਂ ਜਿਤਾ ਕੇ ਲਿਆਵਾਂਗੇ ਆਪਣਾ ਯੋਧਾ। ਪਤਾ ਉਦੋਂ ਲੱਗਣਾ ਜਦੋਂ ਜੇਤਲੀ ਸਾਹਿਬ ਵਾਂਗ ਇੱਥੇ ਪੰਜਾਬੀਆਂ ਨੇ ਵਸਾ ਲਿਆ। ਕੀ ਕਹਿੰਦੇ ਹੋ? ਦੇਖੋ, ਜਿੱਦਾਂ ਕਹਿੰਦੇ ਨੇ ਨੱਚਾ ਮੈਂ ਲੁਧਿਆਣੇ ਤੇ ਮੇਰੀ ਧਮਕ ਜਲੰਧਰ ਪੈਂਦੀ ਹੈ, ਏਦਾਂ ਹੀ ਰਾਜ ਸਭਾ ਦੇ ਵਿੱਚ ਜਦ ਰਾਘਵ ਚੱਡਾ ਉਹਨਾਂ ਦਾ ਨਾਂ ਪੰਜਾਬ ਦੀ ਅਖਬਾਰਾਂ ਦੇ ਵਿੱਚ ਜਾਂ ਟੀਵੀ ਚੈਨਲਾਂ ਦੇ ਵਿੱਚ ਵੱਜਦਾ ਹੈ ਤੇ ਉਹਦੀ ਪੰਜਾਬ ਦੇ ਵਿੱਚ ਜ਼ਿਕਰ ਜ਼ਰੂਰ ਹੁੰਦਾ ਹੈ। ਹੁਣ ਜ਼ਿਕਰ ਕੱਲ ਵੀ ਰਾਘਵ ਚੱਡਾ ਦਾ ਹੋਇਆ। ਉਹਨਾਂ ਨੂੰ ਅਮਿਤ ਸ਼ਾਹ ਉਹਨਾਂ ਨੇ ਇੱਕ ਆਰੋਪ ਲਾਇਆ ਕਿ ਜਿਸ ਤਰੀਕੇ ਨਾਲ ਪਿਛਲੇ ਦਿਨਾਂ ਦੇ ਵਿੱਚ ਮੋਸ਼ਨ, ਇੱਕ ਜਿਹੜਾ ਪ੍ਰਿਵਿਲੇਜ ਕਮੇਟੀ ਨੂੰ ਇੱਕ ਮੋਸ਼ਨ ਵੀ ਦਿੱਤਾ ਗਿਆ, ਲੇਕਿਨ ਸਿਲੈਕਟ ਕਮੇਟੀ ਵਾਸਤੇ 5 ਐਮਪੀਆਂ ਦੇ ਨਾਂ ਜਿਹੜੇ ਪ੍ਰਪੋਜ਼ਲ ਦੇ ਰੂਪ ਵਿੱਚ ਰਾਘਵ ਚੱਡਾ ਉਹਨਾਂ ਨੇ ਦਿੱਤੇ ਸੀ, ਉਹਨਾਂ ਵਿੱਚੋਂ ਤਕਰੀਬਨ ਸਾਰੇ 5 ਐਮਪੀਆਂ ਨੇ ਇਹ ਗੱਲ ਕੀਤੀ ਕਿ ਅਸੀਂ ਤੇ ਸਾਈਨ ਹੀ ਨਹੀਂ ਕੀਤੇ। ਅਸੀਂ ਤੇ ਬਲਕਿ ਉਹਨਾਂ ਨੇ ਕੰਪਲੇਂਟ ਕੀਤੀ ਰਾਘਵ ਚੱਡਾ ਦੇ ਖਿਲਾਫ ਕਿ ਬਿਨਾਂ ਸਾਨੂੰ ਪੁੱਛੇ ਸਾਡਾ ਨਾਂ ਉਸ ਸਿਲੈਕਟ ਕਮੇਟੀ ਦੇ ਵਿੱਚ ਕਿੱਦਾਂ ਪ੍ਰਪੋਜ਼ ਕੀਤਾ ਗਿਆ, ਔਰ ਸਾਡੇ ਸਾਈਨ ਵੀ ਫੋਰਜ ਨੇ। 2 ਨੇ ਤੇ ਅਮਿਤ ਸ਼ਾਹ ਉਹਨਾਂ ਦੇ ਮੁਤਾਬਿਕ ਕੰਪਲੇਂਟ ਆਲਰੇਡੀ ਕਰਤੀ ਹੈ, ਔਰ ਦੂਜੇ ਪਾਸੇ ਹਰਿਵੰਸ਼ ਜਿਹੜੇ ਡਿਪਟੀ ਚੇਅਰਮੈਨ ਨੇ ਰਾਜ ਸਭਾ ਦੇ ਵਿੱਚ, ਉਹਨਾਂ ਨੇ ਕਿਹਾ ਕਿ ਮੈਨੂੰ ਵੀ ਕਈ ਐਮਪੀਜ਼ ਨੇ ਇਹ ਕੰਪਲੇਂਟ ਕੀਤੀ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦ ਰਾਘਵ ਚੱਡਾ ਉਹਨਾਂ ਨੂੰ ਇਹ ਗੱਲ ਮੀਡੀਆ ਨੇ ਪੁੱਛੀ ਕਿ ਐਦਾਂ ਹੈਗਾ ਕਿ ਤੁਸੀਂ ਕੋਈ ਸਾਈਨ ਫੋਰਜ ਕੀਤੇ, ਉਹ ਕਹਿੰਦੇ ਮੇਰੇ ਤੋਂ ਜਦ ਪ੍ਰਿਵਿਲੇਜ ਕਮੇਟੀ ਪੁੱਛੇਗੀ ਤਾਂ ਮੈਂ ਜਵਾਬ ਦੇ ਦਾਂਗਾ, ਮੈਂ ਫਿਲਹਾਲ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ। ਔਰ ਇਹਨਾਂ ਸਾਰੀ ਗੱਲਾਂ ਦੇ ਵਿੱਚ ਰਾਘਵ ਚੱਡਾ ਉਹਨਾਂ ਦੇ ਉੱਤੇ ਖਤਰਾ ਇਸ ਕਰਕੇ ਵੀ ਬੰਦਾ ਲੱਗਦਾ ਹੈ ਕਿਉਂਕਿ ਉਹਨਾਂ ਦੇ ਕੁਲੀਗ ਜਿਹੜੇ ਰਾਜ ਸਭਾ ਦੇ ਐਮਪੀ ਨੇ ਸੰਜੇ ਸਿੰਘ, ਉਹਨਾਂ ਨੇ ਇੱਕ ਟਵੀਟ ਛੱਡਿਆ ਔਰ ਇੱਕ ਵੀਡੀਓ ਦੇ ਵਿੱਚ ਉਹਨਾਂ ਨੇ ਕਿਹਾ ਜੇ ਰਾਘਵ ਚੱਡਾ ਉਹਨਾਂ ਦੀ ਡਿਸਕੁਆਲੀਫਿਕੇਸ਼ਨ ਹੁੰਦੀ ਹੈ ਬਤੌਰ ਰਾਜ ਸਭਾ ਮੈਂਬਰ ਤੇ ਫਿਰ ਉਹ ਪੰਜਾਬ ਤੋਂ ਲੋਕ ਸਭਾ ਦੇ ਇਲੈਕਸ਼ਨ ਲੜਨਗੇ। ਹੁਣ ਇਹ ਗੱਲ ਤੁਸੀਂ ਆਪ ਦੇਖ ਲਓ, ਰਾਘਵ ਚੱਡਾ ਉਹਨਾਂ ਜੇ ਪੰਜਾਬ ਤੋਂ ਇਲੈਕਸ਼ਨ ਲੜਦੇ ਨੇ, ਕਿਉਂਕਿ ਉਹ ਕਈ ਵਾਰ ਕਹਿੰਦੇ ਨੇ ਕਿ ਜਲੰਧਰ ਉਹਨਾਂ ਦੇ ਨਾਨਕੇ ਰਹਿੰਦੇ ਨੇ, ਤੇ ਹੁਣ ਨਾਨਕੀ ਛੱਕ ਜਾਂ ਜੋ ਵੀ ਹੋਏਗਾ ਅੱਗੇ ਚੱਲ ਕੇ ਉਹਦਾ ਅੰਦਾਜ਼ਾ ਤੁਸੀਂ ਆਪ ਲਾ ਸਕਦੇ ਹੋ। ਪਰ ਫਿਲਹਾਲ ਰਾਘਵ ਚੱਡਾ ਉਹਨਾਂ ਦੀ ਮੈਂਬਰਸ਼ਿਪ ਦੇ ਉੱਤੇ ਕੱਲ ਤੋਂ ਬਾਅਦ ਜਦ ਇਹ ਮਾਮਲਾ ਪ੍ਰਿਵਿਲੇਜ ਕਮੇਟੀ ਕੋਲ ਜਾਏਗਾ ਤੇ ਜੇ ਵਾਕਈ ਉਹਦੇ ਤੇ ਜਾਲੀ ਸਿਗਨੇਚਰ ਕੀਤੇ ਹੋਏ ਨੇ, ਉਹ ਰਾਘਵ ਚੱਡਾ ਨੇ ਹੀ ਉਹ ਸਿਲੈਕਟ ਕਮੇਟੀ ਦਾ ਪ੍ਰਪੋਜ਼ਲ ਭੇਜਿਆ ਤੇ ਫਿਰ ਕਸੂਤੇ ਫਸ ਗਏ। ਪਰ ਭਾਸਕਰ ਸਾਹਿਬ, ਇਹ ਵੀ ਤਾਂ ਸਵਾਲ ਹੈ ਨਾ ਕਿ ਰਾਘਵ ਚੱਡਾ ਸਾਹਿਬ ਔਰ ਸੰਜੇ ਸਿੰਘ ਦੋਨੇ ਕੇਜਰੀਵਾਲ ਦੇ ਬਹੁਤ ਅੱਖਾਂ ਦੇ ਤਾਰੇ ਨੇ। ਹੁਣ ਮੈਨੂੰ ਲੱਗਦਾ ਵੀ ਇਹ ਸ਼ਰੀਕੇਬਾਜ਼ੀ, ਨਿੱਕੀ ਨਿੱਕੀ ਈਰਖਾ ਵੀ ਜ਼ਿਆਦਾ ਕਿਹਨੂੰ ਨੇੜਤਾ, ਕਿਹੜਾ ਜ਼ਿਆਦਾ ਕੰਨ 'ਚ ਫੂਕ ਮਾਰਦਾ, ਕਿਹਨੂੰ ਵੱਧ ਵਾਰੀ ਆਵਾਜ਼ ਮਾਰੀ ਜਾਂਦੀ ਹੈ। ਮੈਨੂੰ ਲੱਗਦਾ ਵੀ ਕਈ ਵਾਰੀ ਮੋਹ ਮੁਹੱਬਤ ਦੇ ਵਿੱਚ ਵੀ ਇਹਨੂੰ ਦੋ ਜੀ, ਇਹ ਜ਼ਿਆਦਾ ਸਿਆਣਾ, ਇਹਦੀ ਡਿਊਟੀ ਲਾਓ ਜੀ, ਇਹ ਤਾਂ ਕੰਮ ਇਹੀ ਕਰ ਸਕਦਾ। ਮੈਨੂੰ ਲੱਗਦਾ ਸੰਜੇ ਸਿੰਘ ਦੋਹਰੀ ਗੇਮ ਖੇਡ ਰਿਹਾ। ਇੱਕ ਮਲਾਲ ਤਾਂ ਪੁਰਾਣਾ ਵੀ ਹੈ, ਦੁਰਗੇਸ਼ ਪਾਠਕ ਤੇ ਸੰਜੇ ਸਿੰਘ ਪੰਜਾਬ ਨੂੰ ਦੇਖਦੇ ਸੀ, ਉਹਨਾਂ ਨੂੰ ਸਵਾਦ ਪੰਜਾਬ ਦੇ ਬੜਾ ਪਤਾ। ਉਹਨਾਂ ਦੇ ਦੋਸ਼ ਬੜੇ ਲੱਗਦੇ ਰਹੇ ਉਹਨਾਂ ਦਿਨਾਂ 'ਚ ਕਿ ਪੰਜਾਬੀ ਟਿਕਟਾਂ ਲੈਣ ਲਈ ਤੇ ਪੰਜਾਬੀ ਚੌਧਰਾਂ ਲੈਣ ਲਈ ਕਿਸ ਹੱਦ ਤੱਕ ਜਾਂਦੇ ਆ। ਇੱਕ ਸਿਆਸੀ ਸਵਰਗ ਜਿਹਨੂੰ ਕਹਿੰਦੇ ਆ, ਉਹ ਧਰਤੀ ਉਹਨਾਂ ਨੂੰ ਛੱਡ ਕੇ ਜਾਣਾ ਪਿਆ ਤੇ ਉਹਨਾਂ ਦੇ ਸਕਸੈਸਰ ਬਣੇ ਰਾਘਵ ਚੱਡਾ। ਹੁਣ ਰਾਘਵ ਚੱਡਾ
ਕਿਉਂਕਿ ਮਿਹਨਤ ਉਹ ਕਹਿੰਦੇ ਅਸੀਂ ਕੀਤੀ ਸੀ, ਜਰਨੈਲ ਸਿੰਘ ਨੇ ਕੀਤੀ ਸੀ। ਰਾਘਵ ਚੱਡਾ ਆਖਰੀ ਦਿਨਾਂ 'ਚ ਜਦੋਂ ਸਾਰੇ ਰੱਦ ਕਰਨ ਦੀ ਲੋਕਾਂ ਨੇ ਤਿਆਰੀ ਕਰ ਲਈ ਸੀ, ਕਿਸਾਨ ਮੋਰਚੇ ਨੇ ਪੰਜਾਬ ਦੇ ਅੰਦਰ ਚੇਤਨਾ ਜਗਾਤੀ ਸੀ ਤੇ ਕੰਮ ਤੇ ਆਪੇ ਹੋ ਗਿਆ। ਲੇਕਿਨ ਰਾਘਵ ਚੱਡਾ ਸਾਹਿਬ ਬਣ ਗਏ ਹੀਰੋ, ਕਿਉਂਕਿ ਕੇਜਰੀਵਾਲ ਸਾਹਿਬ ਨੂੰ ਪੰਜਾਬ ਜਿਤਾ ਕੇ ਦਿੱਤਾ ਸੀ ਉਹਨਾਂ ਨੇ। ਸੋ ਅੰਦਰ ਟੀਸ ਤਾਂ ਪਈ ਹੈ, ਫਸਾਉਂਦੇ ਵੇਖੋ ਕਿੱਦਾਂ ਕਿੱਦਾਂ ਨੇ। ਹੁਣ ਇਹਦੇ ਤੇ ਇੱਕ ਹਲਕੀ ਟਿੱਪਣੀ ਤਾਂ ਤੁਹਾਡੀ ਬਣਦੀ ਭਾਸਕਰ ਸਾਹਿਬ। ਦੇਖੋ, ਜਿੱਥੇ ਤੱਕ ਉਹ ਕਹਿੰਦੇ ਨੇ ਕਿ ਵੀ ਜੇ ਮੈਨੂੰ ਹੱਥ ਲਾਇਆ ਤਾਂ ਕੋਈ ਨਹੀਂ, ਜੇ ਮੇਰੇ ਭਰਾ ਨੂੰ ਕੁਝ ਕਿਹਾ ਤੇ ਛੱਡੂਗਾ ਨਹੀਂ, ਉਦਾਂ ਦੀ ਇਹ ਟਿੱਪਣੀ ਹੈ। ਭਰਾ ਫਸਾ ਦਿੰਦੇ ਆ। ਹੁਣ ਰਾਘਵ ਚੱਡਾ ਉਹਨਾਂ ਦੇ ਬਾਰੇ ਚ ਜਿਹੜੀ ਟਿੱਪਣੀ ਦੱਸੀ ਹੈ ਨਾ, ਜਿਹੜੀ ਸੰਜੇ ਸਿੰਘ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ, ਉਹ ਆਪਣੇ ਆਪ ਵਿੱਚ ਫਸਾਉਣ ਵਾਲੀ ਗੱਲ ਕੀਤੀ ਹੈ। ਲੋਕ ਸਭਾ ਦੇ ਇਲੈਕਸ਼ਨ ਲੜਨਗੇ, ਇੱਕ ਤਰੀਕੇ ਨਾਲ ਉਹਨਾਂ ਦਾ ਬਿਆਨ ਹੈ ਵੀ ਜਿਤਾਉਂਦਾ ਹੈ ਕਿ ਉਹਨਾਂ ਦੀ ਰਾਜ ਸਭਾ ਦੀ ਸਦੱਸਤਾ ਖਤਰੇ 'ਚ ਹੈ ਔਰ ਹੋ ਸਕਦਾ ਚਲੀ ਵੀ ਜਾਏ, ਜਿਸ ਤਰੀਕੇ ਨਾਲ ਰਾਹੁਲ ਗਾਂਧੀ ਦੀ ਸਦੱਸਤਾ ਗਈ ਸੀ। ਪਰ ਇੱਥੇ ਮਾਮਲਾ ਫੋਰਜਰੀ ਦਾ ਹੈ। ਔਰ ਜਦ ਅਮਿਤ ਸ਼ਾਹ ਗ੍ਰਹਿ ਮੰਤਰੀ ਆਪ ਇਸ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਨੇ ਔਰ ਇਹ ਗੱਲ ਕਹਿੰਦੇ ਨੇ ਕਿ ਇਹ ਮਾਮਲਾ ਫੋਰਜਰੀ ਦਾ ਹੈ ਤੇ ਪ੍ਰਿਵਿਲੇਜ ਕਮੇਟੀ ਕੋਲ ਭੇਜਿਆ ਜਾਏ ਤੇ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਏ, ਤੇ ਤੁਸੀਂ ਆਪ ਹੀ ਸੀਰੀਅਸਨੈਸ ਨੂੰ ਜਾਂਚ ਸਕਦੇ ਹੋ। ਪਰ ਹਾਂ, ਹੁਣ ਰਾਘਵ ਚੱਡਾ ਹੋਣਾ ਪੰਜਾਬ ਦੇ ਵਿੱਚ ਅਕਸਰ ਪੋਲਿਟਿਕਸ ਦੇ ਵਿੱਚ, ਬਿਊਰੋਕ੍ਰੇਸੀ ਦੇ ਵਿੱਚ ਰਾਘਵ ਚੱਡਾ ਉਹਨਾਂ ਦਾ ਜ਼ਿਕਰ ਹੁੰਦਾ ਹੈ। ਜੇ ਕੁਝ ਚਾਹੀਦਾ ਹੈ, ਜੇ ਕਿਤੇ ਲੱਗਣਾ ਹੈ, ਕਿਉਂਕਿ ਇੰਦਰਪ੍ਰੀਤ ਉਹਨਾਂ ਨੇ ਪਿੱਛੇ ਇਹ ਗੱਲ ਕੀਤੀ ਸੀਗੀ ਕਿ ਵੀ ਫਲਾਣੇ ਅਫਸਰ ਖੁੱਡੇ ਲਾਈਨ ਲੱਗੇ ਹੋਏ ਨੇ, ਉਹਨਾਂ ਨੂੰ ਇੱਥੇ ਲਾਇਆ ਜਾ ਸਕਦਾ ਹੈ, ਇੱਥੇ ਲਾਇਆ ਜਾ ਸਕਦਾ ਹੈ। ਇਹ ਸਾਰਾ ਕੰਮ ਤੇ ਰਾਘਵ ਚੱਡਾ ਹੀ ਕਰਦੇ ਨੇ। ਹੁਣ ਕਰਦੇ ਕਿ ਨਹੀਂ ਕਰਦੇ, ਲੇਕਿਨ ਅਫਸਰਸ਼ਾਹੀ ਦੇ ਵਿੱਚ ਇਹ ਜ਼ਰੂਰ ਗੱਲ ਚੱਲਦੀ ਹੈ ਕਿ ਬਿਨਾਂ ਰਾਘਵ ਚੱਡਾ ਉਹਨਾਂ ਦੀ ਪਰਮਿਸ਼ਨ ਤੋਂ ਕੋਈ ਵੀ ਅਫਸਰ ਇੱਧਰ ਉੱਧਰ ਲੱਗਣਾ ਔਖਾ ਹੁੰਦਾ। ਹੁਣ ਕਾਂਗਰਸੀਆਂ ਦੇ ਵੀ ਸਾਹ ਸੋਤੇ ਹੋਏ ਕਈਆਂ ਦੇ ਕਿ ਪਤਾ ਨਹੀਂ ਕੀ ਹੋਣ ਵਾਲਾ, ਜੇ ਕਿਧਰੇ ਗੱਠਜੋੜ ਹੋ ਗਿਆ। ਵੈਸੇ ਤੇ ਰੰਧਾਵਾ ਸਾਹਿਬ ਕਹਿੰਦੇ ਵੀ ਇਹ ਜਾਖੜ ਕੌਣ ਹੁੰਦਾ ਜਿਹੜਾ ਕਹਿੰਦਾ ਇਹਨਾਂ ਦਾ ਗੱਠਜੋੜ ਆਪ ਨਾ ਹੋ ਰਿਹਾ। ਇਹ ਹੈ ਕਿ ਇਹਨਾਂ ਨੇ ਕਦੀ ਕੋਈ ਵਫਾਦਾਰੀ ਨਿਭਾਈ? ਯਾਰ ਬੜੇ ਗੁੱਸੇ ਖੋਰੇ ਨੇ ਸਿਆਸਤਦਾਨ ਭਾਸਕਰ ਸਾਹਿਬ, ਇੰਨੇ ਪੈਂਦੇ ਨੇ ਇੱਕ ਦੂਜੇ ਨੂੰ। ਇਹ ਸੱਤਾ ਤੋਂ ਬਾਹਰ ਹੋਣ ਦੀਆਂ ਤਕਲੀਫਾਂ ਨੇ, ਕੀ ਹੈ ਸਮਝਾਓ ਜ਼ਰਾ ਮੈਨੂੰ। ਮੈਨੂੰ ਲੱਗਦਾ ਵੀ ਕਾਂਗਰਸ ਜੇਕਰ ਥੱਲੇ ਦੇ ਪਾਸੇ ਛੋਟੇ ਭਾਈ ਵਾਲ ਵਜੋਂ ਲੜੀ, ਜੇ ਗੱਠਜੋੜ ਹੋ ਗਿਆ, ਜਿੱਦਾਂ ਕਾਂਗਰਸੀਆਂ ਨੇ ਬੈਟਿੰਗ ਕੀਤੀ ਨਾ ਉੱਥੇ ਪਾਰਲੀਮੈਂਟ ਦੇ ਵਿੱਚ ਆਮ ਆਦਮੀ ਪਾਰਟੀ ਲਈ, ਮੈਨੂੰ ਲੱਗਦਾ ਇੱਥੇ ਥੱਲੇ ਵਾਲੀ ਗੱਲ, ਇਹ ਗੱਲ ਤਾਂ ਠੀਕ ਹੈ ਰੰਧਾਵਾ ਸਾਹਿਬ ਦੀ ਵੀ ਅਸੀਂ ਬਿਲਕੁਲ ਇਹਨਾਂ ਨਾਲ ਰਲ ਕੇ ਨਹੀਂ ਲੜਨਾ। ਔਰ ਗੱਲ ਇਹ ਵੀ ਹੈ ਕਿ ਉਹ ਲੜਨਾ ਚਾਹੁੰਦੇ ਵੀ ਨਹੀਂ, ਪਰ ਜੇ ਲੜਨਾ ਪੈ ਗਿਆ ਤਾਂ ਫਿਰ ਇਹ ਲੜਦੇ ਹੀ ਬੜਾ। ਯਾਰ ਕੀ ਕਰੀਏ। ਦੇਖੋ, ਕਾਂਗਰਸੀਆਂ ਦਾ ਦੁੱਖ ਹੋਰ ਵੱਡਾ ਹੋ ਜਾਂਦਾ ਹੈ ਜਦ ਦੂਜੀ ਪਾਰਟੀਆਂ ਦੇ ਵੱਡੇ ਲੀਡਰ ਟਿਚਰਾਂ ਕਰਦੇ ਨੇ ਕਿ ਵੀ ਇਹ ਤੇ ਆਮ ਆਦਮੀ ਪਾਰਟੀ ਨਾਲ ਰਲ ਗਏ ਨੇ, ਇਹ ਤੇ ਹੁਣ ਇੱਕੋ ਹੀ ਨੇ, ਲੀਡਰ ਆਫ ਆਪੋਜੀਸ਼ਨ ਜਾਂ ਆਪੋਜੀਸ਼ਨ ਪਾਰਟੀ ਦੇ ਨਾਂ ਤੇ ਹੁਣ ਕੋਈ ਗੱਲ ਨਹੀਂ ਰਹਿ ਗਈ। ਔਰ ਜਦ ਪਿਛਲੇ ਦਿਨਾਂ ਦੇ ਵਿੱਚ ਬਾਜਵਾ ਸਾਹਿਬ ਤੇ ਰਾਜਾ ਵੜਿੰਗ ਉਹਨਾਂ ਦਿੱਲੀ ਗਏ ਸੀ ਖੜਗੇ ਸਾਹਿਬ ਨੂੰ ਮਿਲਣ, ਉਹਦਾ ਵੀ ਜ਼ਿਕਰ ਕਰਦੇ ਹੋਏ ਜਦ ਸੁਨੀਲ ਜਾਖੜ ਉਹਨਾਂ ਇਹ ਗੱਲ ਕਹਿੰਦੇ ਨੇ, ਆ ਤੇ ਆਪਣੀ ਵੋਟੀਆਂ ਦੀ ਟਿਕਟ ਪੱਕੀ ਕਰਕੇ ਆਏ ਨੇ ਔਰ ਇਸ ਤੋਂ ਇਲਾਵਾ ਜੋ ਕੁਝ ਕਰਨਾ ਹੋਣਾ ਉਹ ਅੱਗੇ ਚੱਲ ਕੇ ਉਦਾਂ ਹੀ ਹੋਏਗਾ। ਹੁਣ ਗੱਲ ਲੱਗਦੀ ਤੇ ਹੈ। ਕੱਲ ਸੁਖਜਿੰਦਰ ਸਿੰਘ ਰੰਧਾਵਾ ਨੂੰ ਚੜ ਗਿਆ ਗੁੱਸਾ। ਉਹਨਾਂ ਨੇ ਜਾਖੜ ਸਾਹਿਬ ਦੇ ਉੱਤੇ ਬਹੁਤ ਕੁਝ ਕਿਹਾ ਕਿ ਵੀ ਬਲਰਾਮ ਜਾਖੜ ਉਹਨਾਂ ਦੇ ਪਿਤਾ ਨੂੰ ਕਾਂਗਰਸ ਨੇ ਇਹ ਦਿੱਤਾ, ਉਹਨਾਂ ਨੂੰ ਲੀਡਰ ਆਫ ਆਪੋਜੀਸ਼ਨ ਬਣਾਇਆ, ਸਪੀਕਰ ਬਣਾਇਆ ਔਰ ਉਸ ਤੋਂ ਇਲਾਵਾ ਗਵਰਨਰ ਤੱਕ ਬਣਾਇਆ। ਇਹ ਸਿਲਾ ਦੇ ਰਹੇ ਨੇ। ਇਹ ਤੇ ਪੂਰਾ ਪਰਿਵਾਰ ਕਾਂਗਰਸ ਦੇ ਜਿਹੜੇ ਅਹਿਸਾਨਾਂ ਥੱਲੇ ਦੱਬਿਆ ਹੋਇਆ। ਈਵਨ ਸੁਨੀਲ ਜਾਖੜ ਨੂੰ ਵੀ ਕੀ ਨਹੀਂ ਦਿੱਤਾ। ਹੁਣ ਇਸ ਗੱਲ ਦੇ ਵਿੱਚ ਉਹ ਗੱਲ ਤੇ ਕਰਦੇ ਨੇ, ਪਰ ਉਹ ਅਟੈਕ ਇੰਨਾ ਤਿੱਖਾ ਨਹੀਂ ਹੋ ਪਾਉਂਦਾ। ਕਾਰਨ ਕਿ ਸੁਨੀਲ ਜਾਖੜ ਉਹਨਾਂ ਤੇ ਇੰਨਾ ਹੀ ਕਿਹਾ ਨਾ ਕਿ ਆਮ ਆਦਮੀ ਪਾਰਟੀ ਨਾਲ ਤੁਹਾਡੀ ਪਿੰਗਾ ਵੱਧ ਰਹੀ ਹੈ। ਇਸ ਗੱਲ ਦੇ ਵਿੱਚ ਸੱਚਾਈ ਵੀ ਹੈ। ਤੁਸੀਂ ਦੱਸੋ ਨਹੀਂ ਵੱਧ ਰਹੀ? ਹੁਣ ਇੰਡੀਆ ਦੇ ਅਲਾਈਅੰਸ ਦੇ ਵਿੱਚ ਔਰ ਜਿਸ ਤਰੀਕੇ ਨਾਲ ਕਾਂਗਰਸ ਨੇ ਉਸ ਦਿੱਲੀ ਸਰਵਿਸਿਜ਼ ਬਿੱਲ ਦੇ ਉੱਤੇ ਰਾਜ ਸਭਾ ਦੇ ਵਿੱਚ ਔਰ ਲੋਕ ਸਭਾ ਦੇ ਵਿੱਚ ਸਟੈਂਡ ਲਿੱਤਾ ਸੀਗਾ, ਉਹ ਅਲਾਈਅੰਸ ਤੇ ਸਾਫ਼ ਨਜ਼ਰ ਆ ਰਿਹਾ ਹੈ। ਹਾਲਾਂਕਿ ਬੜੀ ਕੋਸ਼ਿਸ਼ ਹੈ, ਕਿਉਂਕਿ ਪੰਜਾਬ ਦੇ ਲੀਡਰ ਉਸ ਅਲਾਈਅੰਸ ਦੇ ਵਾਸਤੇ ਨਾ ਕਰਕੇ ਨਹੀਂ ਥੱਕਦੇ ਔਰ ਦੂਜੀ ਪਾਰਟੀਆਂ ਦੇ ਵੱਡੇ ਲੀਡਰ ਜਦ ਇਦਾਂ ਦੀ ਟੀਚਰਾਂ ਕਰਦੇ ਨੇ ਤੇ ਟੀਸ ਤੇ ਲੱਗਦੀ ਔਰ ਉਹ ਟੀਸ ਕੱਲ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦੇ ਵਿੱਚ ਵੀ ਲੱਗੀ। ਵੈਸੇ ਇੰਦਰਪ੍ਰੀਤ ਜੀ, ਮੈਂ ਤੁਹਾਡੇ ਚੇਤਿਆਂ ਨੂੰ ਰੀਫਰੈਸ਼ ਕਰਕੇ ਕੁਝ ਕਸ਼ੀਦਣਾ ਚਾਹੁੰਦਾ। ਵਿੱਚੋਂ ਮੈਨੂੰ 91-92 ਦਾ ਉਹ ਵਾਕਿਆ ਯਾਦ ਹੈ। ਸੁਖਜਿੰਦਰ ਸਿੰਘ ਰੰਧਾਵਾ ਦਾ ਦਰਦ ਕੋਈ ਨਵਾਂ ਨਹੀਂ। ਤੁਹਾਨੂੰ ਯਾਦ ਹੋਣਾ ਸਰਦਾਰ ਸੰਤੋਖ ਸਿੰਘ ਰੰਧਾਵਾ ਸਵਰਗੀ, ਜਿਹੜੇ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਪਿਤਾ ਸੀਗੇ, ਉਹਨਾਂ ਨੂੰ ਪ੍ਰਦੇਸ਼ ਦੀ ਪ੍ਰਧਾਨਗੀ ਤੋਂ ਲਾਉਣ ਤੋਂ ਬਾਅਦ ਬੇਅੰਤ ਸਿੰਘ ਨੇ ਉਹ ਪਰਲੇ ਬੰਨੇ ਮਾਲਵੇ 'ਚ ਧੱਕਤਾ ਸੀ। ਯਾਦ ਹੈ ਤੁਹਾਨੂੰ? ਫਿਰੋਜ਼ਪੁਰ ਭੇਜਿਆ ਸੀ ਨਾ। ਔਰ ਮੇਰੇ ਖਿਆਲ ਉਧਰ ਉੱਥੋਂ ਹੀ ਹਾਂ, ਫਿਰ ਹੁਣ ਐਗਜ਼ੈਕਟਲੀ ਤਾਂ ਨਹੀਂ ਯਾਦ ਇਹ ਵਾਲਾ ਐਪੀਸੋਡ ਜਿਹੜਾ ਗੱਲ ਕਰ ਰਹੇ ਨਾ। ਉਹਨਾਂ ਨੂੰ ਭੇਜਤਾ ਸੀ ਮਾਲਵੇ 'ਚ MP ਬਣਾਉਣ ਲਈ। ਉਹ ਤਾਂ ਬਣਨਾ ਚਾਹੁੰਦੇ ਸੀ ਮੁੱਖ ਮੰਤਰੀ, ਪਰ ਬੇਅੰਤ ਸਿੰਘ ਡਾਢੇ ਨਿਕਲੇ। ਉਹਨਾਂ ਨੇ ਇਹਨਾਂ ਨੂੰ ਪੰਜਾਬ ਦੀ ਪੋਲਿਟਿਕਸ 'ਚੋਂ ਚੱਕ ਕੇ ਤੇ ਸੁੱਟ ਦਿੱਤਾ ਪਾਰਲੀਮੈਂਟ ਵਾਲੇ ਪਾਸੇ, ਤੇ ਸੀਟ ਵੀ ਗੁਰਦਾਸਪੁਰ ਤੋਂ ਦੇਣ ਦੀ ਬਜਾਏ ਦੇਤੀ ਮਾਲਵੇ ਚੋਂ। ਤੇ ਉਸ ਤੋਂ ਬਾਅਦ ਬਲਰਾਮ ਜਾਖੜ, ਜਿਹੜੇ ਕਿ ਉਦੋਂ ਕਾਫੀ ਪ੍ਰਭਾਵੀ ਸੀ, ਉਹਨਾਂ ਨੇ ਉਹ ਗੁੱਡਣੀ ਲਵਾਤੀ ਬੇਅੰਤ ਸੋਨਾ ਰਲ ਕੇ। ਜਿੱਤਣ ਵੀ ਨਹੀਂ ਦਿੱਤਾ, ਬਾਕੀ ਸ਼ਾਇਦ ਸਾਰੀਆਂ ਸੀਟਾਂ ਜਿੱਤ ਗਏ ਸੀ। ਔਰ ਉਦੋਂ ਸਰਦਾਰ ਸੰਤੋਖ ਸਿੰਘ ਰੰਧਾਵਾ ਇਹ ਕਹਿੰਦੇ ਹੁੰਦੇ ਸੀਗੇ ਕਿ ਜਦੋਂ ਉਹ ਕੰਪੇਨ ਕਰਦੇ ਸੀ
ਕਿ ਮੈਂ ਤਾਂ ਸਰਕਾਰ ਦੇ ਵਿੱਚ ਬਣੂੰਗਾ ਮੰਤਰੀ। ਔਰ ਤੁਹਾਨੂੰ ਯਾਦ ਹੋਣਾ ਨਰਸਿਮਹਾ ਰਾਓ ਦੀ ਸਰਕਾਰ ਬਣੀ ਸੀਗੀ, ਮੰਤਰੀ ਤੇ ਕੀ ਬਣਨਾ ਸੀ, ਉਹ ਜਿੱਤ ਨਹੀਂ ਸਕੇ। ਇੱਕ ਤਰ੍ਹਾਂ ਨਾਲ ਉਹਨਾਂ ਦੀ ਰਾਜਨੀਤੀ ਲੀਹੋਂ ਲੈ ਗਈ। ਸੁਖਜਿੰਦਰ ਸਿੰਘ ਰੰਧਾਵਾ ਬਾਅਦ ਚ ਆ ਕੇ ਕੈਪਟਨ ਅਮਰਿੰਦਰ ਸਿੰਘ ਨਾਲ ਫਿਰ ਅੱਗੇ ਵੱਧ ਜਾਂਦੇ ਆ, ਤੇ ਫਿਰ ਮੁੱਖ ਮੰਤਰੀ ਬਣਦੇ ਬਣਦੇ ਵੀ ਉਦੋਂ ਰਹਿੰਦੇ ਨੇ ਜਦੋਂ ਜਾਖੜ ਸਾਹਿਬ ਵੀ ਬਣਦੇ ਬਣਦੇ ਰਹਿ ਗਏ ਸੀ। ਇਹ ਦੁੱਖ ਦਰਦ ਬੜੇ ਸਾਂਝੇ ਨੇ, ਇਹ ਯਾਰੀਆਂ ਵੀ ਨੇ, ਪਰ ਸਿਆਸਤ ਵਿੱਚ ਕੌਣ ਕਿਹਦਾ ਯਾਰ ਹੈ, ਕੀ ਕਹਿੰਦੇ ਹੋ? ਬਿਲਕੁਲ, ਸਿਆਸਤ ਦੇ ਵਿੱਚ ਯਾਰ ਤਾਂ ਇੱਕ ਦੂਜੀ ਗੱਲ ਹੈਗੀ ਹੈ, ਪਰ ਮੈਨੂੰ ਇਹ ਲੱਗਦਾ ਵੀ ਜਿਹੜਾ ਬੰਦਾ ਭੇਤੀ ਹੋਵੇ ਉਹਨੂੰ ਪਤਾ ਬਹੁਤ ਹੁੰਦਾ ਹੈ। ਹੁਣ ਸੁਨੀਲ ਜਾਖੜ ਬਹੁਤ ਲੰਬੇ ਟਾਈਮ ਤੱਕ ਆਪਣੀ ਲਗਭਗ ਸਾਰੀ ਜ਼ਿੰਦਗੀ ਉਹਨਾਂ ਨੇ ਕਾਂਗਰਸ ਦੇ ਵਿੱਚ ਹੀ ਲਾਈ ਹੈ, ਤੇ ਉਹਨਾਂ ਨੂੰ ਪਤਾ ਹੈ ਕਿ ਕਾਂਗਰਸੀ ਕਿੱਥੇ ਕਿੱਥੇ ਕੀ ਕੀ ਕਰ ਸਕਦੇ ਆ। ਸੋ ਮੈਨੂੰ ਲੱਗਦਾ ਵੀ ਜਿਹੜਾ ਉਹਨਾਂ ਨੇ ਸੁਖਜਿੰਦਰ ਰੰਧਾਵਾ ਨੇ ਅਟੈਕ ਕੀਤਾ ਹੈ, ਉਹ ਉਸ ਨੂੰ ਦੇਖ ਕੇ ਕੀਤਾ, ਜਿਹੜਾ ਐਕਚੁਅਲੀ ਬਾਰ-ਬਾਰ ਸੁਨੀਲ ਜਾਖੜ ਕੁਰੇਦ ਰਹੇ ਨਾ ਵੀ ਕਾਂਗਰਸੀ ਡਰ ਗਏ, ਭੱਜ ਗਏ ਹੈ, ਇਸ ਕਰਕੇ ਇਹਨਾਂ ਦੇ ਪਰਚੇ ਨਾ ਹੋ ਜਾਣੇ, ਇਸ ਕਰਕੇ ਇਹਨਾਂ ਨਾਲ ਸਾਂਝਾ ਪਾ ਰਹੇ ਨੇ, ਪਿੰਗਾ ਝੂਟ ਰਹੇ ਨੇ। ਤਾਂ ਉਹ ਜਿਹੜਾ ਹੁਣ ਰੰਧਾਵਾ ਸਾਹਿਬ ਦਾ ਜਿਹੜਾ ਟੈਂਪਰਾਮੈਂਟ ਹੈ ਬਿਲਕੁਲ ਡਿਫਰੈਂਟ ਹੈ, ਔਰ ਉਹ ਬਿਲਕੁਲ ਮੈਂ ਦੇਖਿਆ ਕਿ ਉਹ ਬੜੀ ਜਲਦੀ ਗੁੱਸੇ 'ਚ ਆ ਜਾਂਦੇ। ਆਪਾਂ ਕਈ ਐਪੀਸੋਡ ਪਿਛਲੇ ਪੱਤਰਕਾਰਾਂ ਨਾਲ ਉਹਨਾਂ ਇੱਕ ਪੱਤਰਕਾਰ ਗੱਡੀ ਚ ਲਾਤਾ ਸੀ, ਹੁਣੇ ਤਾਂ ਯਾਦ ਤਾਂ ਹੋਣਾ ਹੀ ਹੈ ਤੁਹਾਨੂੰ। ਉਹ ਕਈ ਵਾਰ ਦੇਖ ਚੁੱਕੇ ਆ ਆਪਾਂ। ਸੋ ਕੱਲ ਉਹਨਾਂ ਦਾ ਗੁੱਸਾ ਸੇਮ ਉਸੇ ਤਰ੍ਹਾਂ ਦਾ ਹੀ ਸੀ ਜਿਹੜਾ ਕੱਲ ਉਹਨਾਂ ਨੇ ਆਪਣਾ ਇੱਕ ਬਿਆਨ ਜਾਰੀ ਕੀਤਾ ਹੈਗਾ, ਉਹ ਸੇਮ ਹੀ। ਅਗਰ ਤੁਸੀਂ ਦੇਖੋ ਇੱਕ ਪਾਸੇ ਪੱਤਰਕਾਰ ਵਾਲੀ ਭਾਸ਼ਾ ਜਿਹੜੀ ਪੱਤਰਕਾਰ ਨਾਲ ਯੂਜ਼ ਕੀਤੀ ਸੀ, ਤੇ ਕੱਲ ਉਹਨਾਂ ਨੇ ਜਾਖੜ ਪ੍ਰਤੀ ਯੂਜ਼ ਕੀਤੀ ਹੈ, ਉਹ ਸੇਮ ਜੀ ਲੱਗੇਗੀ ਤੁਹਾਨੂੰ। ਸਿਰਫ ਡਿਫਰੈਂਸ ਇੰਨਾ ਕਿ ਉਹ ਪੱਤਰਕਾਰੀ ਵਾਸਤੇ ਸੀ ਔਰ ਇਹ ਪੋਲਿਟਿਕਸ ਵਾਸਤੇ ਹੈ, ਅਦਰਵਾਈਜ਼ ਫਰਕ ਕੋਈ ਨਹੀਂ ਸੀਗਾ। ਠੀਕ ਗੱਲ ਹੈ ਕਿ ਇਹ ਉਹਨਾਂ ਦਾ ਇਹ ਗੱਲ ਕਹਿਣਾ ਤਾਂ ਠੀਕ ਹੈ ਕਿ ਜਾਖੜ ਸਾਹਿਬ ਨੂੰ ਪਾਰਟੀ ਨੇ ਬਹੁਤ ਕੁਝ ਦਿੱਤਾ, ਪਰ ਨਾਲ ਇਹ ਵੀ ਕਿ ਜਿਹੜੀ ਕਾਂਗਰਸ ਪਾਰਟੀ ਇਸ ਗੱਲ ਲਈ ਹੈ ਕਿ ਧਰਮ ਨਿਰਪੇਖ ਪਾਰਟੀ ਹੈ, ਉਸ 'ਚ ਉਹਨਾਂ ਦੀ ਜਿਹੜੀ ਮੁੱਖ ਮੰਤਰੀ ਦੀ ਸੀਟ ਵੀ ਤੁਸੀਂ ਧਰਮ ਨੂੰ ਆਧਾਰ ਬਣਾ ਕੇ ਵਾਪਸ ਲੈ ਲਈ, ਇਹ ਵੀ ਕਾਂਗਰਸ ਪਾਰਟੀ ਦੀ ਦੇਣ ਹੈ। ਇਹਦੇ ਵਿੱਚ ਰੰਧਾਵਾ ਸਾਹਿਬ ਵੀ ਉਨੇ ਕੀ ਜ਼ਿੰਮੇਵਾਰ ਨੇ ਜਿੰਨੇ ਬਾਕੀਆਂ ਨੂੰ ਅਸੀਂ ਮੰਨਦੇ ਹਾਂ, ਕਿਉਂਕਿ ਉਹ ਵੀ ਆਪ ਵੀ ਇੱਕ ਧਿਰ ਸੀਗੇ ਬਣਨ ਦੀ ਮੁੱਖ ਮੰਤਰੀ, ਨਾਮ ਤਾਂ ਉਹਨਾਂ ਦਾ ਵੀ ਪ੍ਰਪੋਜ਼ ਹੋ ਗਿਆ ਸੀ। ਸੋ ਇਹ ਲੜਾਈਆਂ ਤਾਂ ਚੱਲਦੀਆਂ ਨੇ, ਔਰ ਜਿਹਨੂੰ ਜਦੋਂ ਮੌਕਾ ਮਿਲਦਾ ਹੈ ਉਹ ਮਤਲਬ ਚੌਕਾ ਮਾਰਨ ਦੀ ਵੀ ਕੋਸ਼ਿਸ਼ ਕਰਦਾ ਹੀ ਕਰਦਾ ਹੈ, ਤੇ ਕੱਲ ਇਹਨਾਂ ਨੇ ਵੀ ਮਾਰਨ ਦੀ ਕੋਸ਼ਿਸ਼ ਤਾਂ ਕੀਤੀ ਹੋਈ ਹੈ। ਤੁਸੀਂ ਧਰਮ ਦੀ ਗੱਲ ਕੀਤੀ, ਉਹਨਾਂ ਧਰਮ ਦੇ ਵਿੱਚ ਵੀ ਕੱਲ ਪੂਰਾ ਜਾ ਕੇ ਆਪਣਾ ਰੋਲ ਪਲੇ ਕੀਤਾ। ਉਹ ਕਹਿੰਦੇ ਅਸੀਂ ਬਿਲਕੁਲ ਮਹਾਰਾਸ਼ਟਰ ਸਰਕਾਰ ਦੀ ਇਸ ਜਿਹੜੀ ਹਰਕਤ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ ਕਿ ਹਜੂਰ ਸਾਹਿਬ ਦੇ ਵਿੱਚ ਉਹਨਾਂ ਗੈਰ ਸਿੱਖ ਲਾਤਾ। ਰੰਧਾਵਾ ਸਾਹਿਬ ਮੈਨੂੰ ਲੱਗਦਾ ਸ਼੍ਰੋਮਣੀ ਕਮੇਟੀ ਲੜਨ ਨੂੰ ਫਿਰਦੇ ਆ। ਆਮ ਤੌਰ ਤੇ ਕਾਂਗਰਸੀ ਇਹਨਾਂ ਮਾਮਲਿਆਂ 'ਚ ਫਸਦੇ ਨਹੀਂ ਹੁੰਦੇ। ਵੈਸੇ ਬੰਦੇ ਦੋਨੇ ਚੰਗੇ ਆ ਦੋਸਤੋ। ਸੁਖਜਿੰਦਰ ਸਿੰਘ ਰੰਧਾਵਾ ਬਾਰੇ ਵੀ ਕਿਹਾ ਜਾਂਦਾ ਵੀ ਮੂੰਹ ਤੇ ਗੁੱਸਾ ਰਹਿੰਦਾ, ਅੰਦਰੋਂ ਨਰਮ ਨੇ। ਕਿਹਾ ਜਾਂਦਾ ਵੀ ਕਾਫੀ ਆਪਣੇ ਆਪ ਓਨੈਸਟੀ ਕਲੇਮ ਕਰਦੇ ਆ, ਤੇ ਜਾਖੜ ਸਾਹਿਬ ਵੀ ਕਰਦੇ। ਖੈਰ ਲੜੀ ਜਾਣ, ਸਾਡਾ ਕੀ, ਲੜ ਲੁੜ ਕੇ ਪਤਾ ਨਹੀਂ ਕਿਤੇ ਇਕੱਠੇ ਹੀ ਨਾ ਹੋ ਜਾਣ। ਫਿਰ ਆਪਾਂ ਇੰਦਰਪ੍ਰੀਤ ਜੀ ਇੱਕ ਹੋਰ ਖਬਰ ਮੈਂ ਤੁਹਾਡੇ ਤੋਂ ਥੋੜੀ ਜਿਹੀ ਕਨਫਰਮ ਕਰਾਉਣੀ। ਕੱਲ ਜਿਹੜੇ ਸਪੋਕਸਪਰਸਨ ਨੇ, ਮੁੱਖ ਬੁਲਾਰੇ ਨੇ ਆਮ ਆਦਮੀ ਪਾਰਟੀ ਦੇ, ਮਾਲਵਿੰਦਰ ਸਿੰਘ ਕੰਗ, ਵੈਸੇ ਫਿਕਰ ਤੇ ਉਹਨਾਂ ਦੇ ਵੀ ਵਧੇ ਹੋਣੇ ਆ ਵੀ ਜੇ ਕਾਂਗਰਸ ਨਾਲ ਕਿਧਰੇ ਗੱਠਜੋੜ ਹੋ ਗਿਆ। ਆਨੰਦਪੁਰ ਵਾਲੀ ਸੀਟ ਤੋਂ ਆਮ ਆਦਮੀ ਪਾਰਟੀ ਨੇ ਇੱਕੋ ਹੀ ਸੀਟ ਅਧਿਕਾਰ ਤੌਰ ਤੇ ਕਹੀ ਹੋਈ ਆ ਵੀ ਇਹ ਸਾਡੇ ਇੰਚਾਰਜ ਨੇ ਲੋਕ ਸਭਾ ਦੇ, ਕਿਹਾ ਹੋਇਆ ਨਾ ਆਨੰਦਪੁਰ ਸਾਹਿਬ ਤੋਂ। ਉਹ ਵੀ ਸੋਚਦੇ ਹੋਣੇ ਆ ਵੀ ਕਿਤੇ ਮਨੀਸ਼ ਤਿਵਾੜੀ ਜਾਂ ਰਵਨੀਤ ਬਿੱਟੂ ਜਾਂ ਕੋਈ ਹੋਰ ਐਰਾ ਗੈਰਾ ਤਾਂ ਨਹੀਂ ਆਣ ਕੇ ਵਿੱਚ ਸਿੰਘ ਫਸਾਊਗਾ। ਮੈਂ ਐਰਾ ਗੈਰਾ ਮਨੀਸ਼ ਤਿਵਾੜੀ ਜਾਂ ਬਿੱਟੂ ਨੂੰ ਨਹੀਂ ਕਿਹਾ, ਕੋਈ ਐਰਾ ਗੈਰਾ ਹੋਰ ਕਿਹਾ ਜੇ ਆ ਜੇ ਤਾਂ। ਖੈਰ ਉਹਨਾਂ ਦੇ ਫਿਕਰ ਵਧੇ ਹੋਏ ਆ। ਕੱਲ ਉਹਨਾਂ ਨੇ ਹਮਲਾ ਕੀਤਾ ਅਕਾਲੀਆਂ ਤੇ, ਕਹਿੰਦੇ 10 ਸਾਲ ਦੀ ਆਪਣੀ ਦੇਖੋ ਕਿੰਨੇ ਹਜ਼ਾਰ ਕਰੋੜ ਕਹਿੰਦੇ ਤੁਸੀਂ ਘਰਾਂ ਨੂੰ ਲੈ ਕੇ ਗਏ ਹੋ। ਐਕਸਾਈਜ਼ ਪਾਲਿਸੀ ਦਾ ਜ਼ਿਕਰ ਹੋ ਰਿਹਾ, ਜਿਹੜੀ ਸ਼ਿਕਾਇਤ ਕੀਤੀ ਹਰਸਿਮਰਤ ਕੌਰ ਬਾਦਲ ਨੇ। ਪਤਾ ਲੱਗਿਆ ਕੋਈ ਕਿ ਜਾਂਚ ਲਈ ਗਾਂ ਭੇਜੀ ਕਿ ਨਹੀਂ ਈਡੀ ਜਾਂ ਕਿਸੇ ਹੋਰ ਏਜੰਸੀ ਨੂੰ ਚਿੱਠੀ ਅਮਿਤ ਸ਼ਾਹ ਜੀ ਨੇ? ਕੀ ਕਹਿੰਦੇ? ਨਹੀਂ, ਹਜੇ ਤਾਂ ਇਸ ਮਾਮਲੇ ਦੀ ਜਾਂਚ ਕਿਸੇ ਕੋਲੇ ਨਹੀਂ ਆਈ ਹੈਗੀ ਹੈ, ਔਰ ਮੈਨੂੰ ਲੱਗਦਾ ਵੀ ਜੇ ਕਿਸੇ ਕੇਂਦਰੀ ਏਜੰਸੀ ਤੋਂ ਜਾਂਚ ਆਏਗੀ ਤਾਂ ਫਿਰ ਤਾਂ ਪਰਚਾ ਉੱਥੇ ਹੀ ਹੋਏਗਾ। ਪਰ ਇਹ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਹੈ ਮਾਲਵਿੰਦਰ ਕੰਗ ਹੋਰਾਂ ਦੀ, ਉਹ ਉਹਨਾਂ ਨੇ ਜ਼ਰੂਰ ਆਪਣਾ ਇੱਕ ਗੁਬਾਰ ਜਿਹਾ ਕੱਢਿਆ ਕੱਲ। ਤੇ ਐਕਸਾਈਜ਼ ਪਾਲਿਸੀ ਨੂੰ ਲੈ ਕੇ ਦੇਖੋ, ਇੱਕ ਚੀਜ਼ ਤਾਂ ਬੜੀ ਕਲੀਅਰ ਹੈ ਕਿ ਇਹ ਜੀ ਵੀ ਪਾਲਿਸੀ ਹੋਵੇ, ਮਾੜੀ ਹੋਵੇ ਚੰਗੀ ਹੋਵੇ, ਉਹ 'ਚ ਆਮ ਆਦਮੀ ਪਾਰਟੀ ਦਾ ਇੱਕ ਕਲੇਮ ਤਾਂ ਬਣਦਾ ਹੀ ਹੈ ਵੀ ਉਹਨਾਂ ਨੇ ਜਿਹੜੇ 1 ਜਾਂ 1.5 ਸਾਲ ਦੇ ਵਿੱਚ ਹੀ ਜਿਹੜਾ ਰੈਵਨਿਊ ਹੈ ਉਹ 7200 ਕਰੋੜ ਤੋਂ 6200 ਕਰੋੜ ਤੋਂ ਵਧਾ ਕੇ 9600 ਕਰੋੜ ਤੱਕ ਅਸੀਂ ਲੈ ਗਏ ਹਾਂ। ਇਹ ਉਹਨਾਂ ਦਾ ਕਲੇਮ ਹੈਗਾ। ਪਰ ਮੈਂ ਤੁਹਾਨੂੰ ਯਾਦ ਹੋਊਗਾ ਕਿ ਪਿੱਛੇ ਜੇ ਮਨਪ੍ਰੀਤ ਬਾਦਲ ਹੋਰਾਂ ਨੇ ਵਿਧਾਨ ਸਭਾ ਦੇ ਵਿੱਚ ਇੱਕ ਵਾਈਟ ਪੇਪਰ ਜਾਰੀ ਕੀਤਾ ਸੀ, ਪਿਛਲੀਆਂ ਸਰਕਾਰਾਂ ਦਾ ਵੀ ਉਹਦੇ ਵਿੱਚ ਸਾਰਾ ਜ਼ਿਕਰ ਸੀਗਾ, ਤੇ ਉਸ 'ਚ ਐਕਸਾਈਜ਼ ਵੀ ਇੱਕ ਖਾਸ ਸੀ। ਹਰ ਵਾਰੀ ਇਹ ਕਲੇਮਸ ਹੁੰਦੇ ਆ ਕਿ ਅਸੀਂ 8600 ਕਰੋੜ ਇਕੱਠਾ ਕਰ ਦਾਂਗੇ, 9200 ਕਰੋੜ ਆ ਜਾਏਗਾ,
ਪਰ ਕਦੇ ਵੀ, ਚਾਹੇ ਉਹ 5000 ਕਰੋੜ ਦੇ ਕਲੇਮ ਜਦੋਂ ਹੁੰਦੇ ਸੀਗੇ ਤਾਂ ਵੀ ਇਹੀ ਹਾਲਤ ਸੀਗੀ, ਜਦੋਂ ਹੁਣ ਅੱਜ 9600 ਕਰੋੜ ਤੇ ਪਹੁੰਚ ਗਏ ਤਾਂ ਵੀ ਇਹੀ, ਕਦੇ ਵੀ ਇਹ ਟਾਰਗੇਟ ਐਕਸਾਈਜ਼ ਦੇ ਪੂਰੇ ਹੀ ਨਹੀਂ ਹੁੰਦੇ। ਹਰ ਸਾਲ 1000 ਤੋਂ ਲੈ ਕੇ 500 ਤੋਂ ਲੈ ਕੇ 1000 ਕਰੋੜ ਤੱਕ ਦਾ ਇਹ ਘਾਟਾ ਰਹਿੰਦਾ ਹੀ ਰਹਿੰਦਾ। ਸੋ ਜਿਹੜੀ ਇਹ ਚੀਜ਼ ਹੈਗੀ ਹੈ, ਮਤਲਬ ਉਹ ਗਿਣਾਣੀ ਵੀ ਤੁਸੀਂ ਆਪਣੇ 10 ਸਾਲਾਂ ਤੇ ਕੀ ਕੀਤਾ ਹੈ, ਤੇ ਅਸੀਂ ਦੇਖੋ 1.5 ਸਾਲ ਚ ਹੀ ਉਹਨੂੰ ਜ਼ਿਆਦਾ ਕ੍ਰਾਸ ਕਰਤਾ ਹੈ। ਸੋ ਇਹ ਕੱਲ ਉਹਨਾਂ ਨੇ ਕੱਢਤਾ, ਉਹਨਾਂ ਨੇ ਕਿਹਾ ਵੀ ਅਸੀਂ ਤਾਂ ਫਿਰ ਵੀ ਜਿਹੜਾ ਖਜ਼ਾਨਾ ਹੈ ਭਰਿਆ ਹੈ, ਚਾਹੇ ਪਾਲਿਸੀ ਜਿੱਦਾਂ ਦੀ ਹੋ, ਲੇਕਿਨ ਅਸੀਂ ਖਜ਼ਾਨਾ ਭਰਿਆ ਹੈ। ਤੁਸੀਂ ਜਿੰਨੇ ਮਰਜ਼ੀ ਸਵਾਲ ਉਠਾ ਲਓ ਪਾਲਿਸੀ ਉੱਤੇ, ਪਰ ਤੁਸੀਂ ਆਪਣੇ ਆਪ ਨੂੰ ਕਲੇਮ ਕਰਦੇ ਹੋ ਵੀ ਤੁਸੀਂ ਬਹੁਤ ਚੰਗੀਆਂ ਪਾਲਿਸੀਆਂ ਲੈ ਕੇ ਆਏ ਹੋ, ਪਰ ਖਜ਼ਾਨਾ ਤਾਂ ਖਾਲੀ ਹੋ ਰਿਹਾ ਨਾ, ਤੁਸੀਂ ਖਜ਼ਾਨੇ 'ਚ ਤਾਂ ਕੁਝ ਨਹੀਂ ਪਾਇਆ ਨਾ, ਉਹ ਘਰਾਂ ਨੂੰ ਹੀ ਲੈ ਗਏ ਹੋ। ਸੋ ਇਹ ਜਿਹੜੇ ਉਹਨਾਂ ਦੇ ਐਲੀਗੇਸ਼ਨਸ ਨੇ, ਇਹ ਕੱਲ ਉਹਨਾਂ ਨੇ ਹਰਸਿਮਰਤ ਬਾਦਲ ਦੀ ਉਸ ਸ਼ਿਕਾਇਤ ਦੇ ਉੱਤੇ ਕੱਲ ਦਰਜ ਕੀਤੇ ਨੇ, ਜਿਸਨੇ ਹੁਣ ਇੱਕ ਬਹਿਸ ਜ਼ਰੂਰ ਛੇੜਤੀ ਹੈ ਕਿ ਪੰਜਾਬ ਦੇ ਵਿੱਚ ਹੁਣ ਐਕਸਾਈਜ਼ ਪਾਲਿਸੀ ਨੂੰ ਲੈ ਕੇ ਨਵੇਂ ਸਿਰੇ ਤੋਂ, ਜਦੋਂ ਅਗਰ ਪਰਚਾ ਦਰਜ ਵੀ ਹੋ ਗਿਆ ਤਾਂ ਨਵੇਂ ਸਿਰੇ ਤੋਂ ਇੱਕ ਚਰਚਾ ਜ਼ਰੂਰ ਹੋਏਗੀ ਕਿ ਐਕਸਾਈਜ਼ ਪਾਲਿਸੀ ਕਿਹੜੀ ਸਰਕਾਰ ਦੀ ਸਹੀ ਸੀ। ਤੁਸੀਂ ਤਾਂ ਬੜੇ ਸੌਫਟ ਸ਼ਬਦਾਂ 'ਚ ਗੱਲ ਮੁਕਾਤੀ। ਮੈਂ ਤਾਂ ਤੁਹਾਡੇ ਤੋਂ ਇਹ ਉਮੀਦ ਕਰ ਰਿਹਾ ਸੀ ਵੀ ਜੇ ਆਮ ਆਦਮੀ ਪਾਰਟੀ ਨੇ ਮੋੜਵਾਂ ਹੱਲਾ ਬੋਲਿਆ, ਇਹ ਨਾ ਹੋਵੇ ਕਿ ਉੱਪਰਲੀ ਸ਼ਿਕਾਇਤ ਉੱਤੇ ਪਰਚਾ ਤੇ ਅਜੇ ਕੋਈ ਨਾ ਹੋਵੇ, ਕਿਤੇ ਥੱਲੇ ਦੇ 10-15 ਸਾਲਾਂ ਤੋਂ ਪਿਛਲੀ ਜਾਂਚ ਸ਼ੁਰੂ ਨਾ ਕਰਾ ਲੈਣੇ। ਇਹ ਆਮ ਆਦਮੀ ਪਾਰਟੀ ਕਿਤੇ ਪੁਰਾਣੇ 10 ਸਾਲਾਂ ਜਾਂ 15 ਸਾਲਾਂ ਦੇ ਪੀਰੀਅਡ ਦੀ ਜਾਂਚ 'ਚ ਇਹਨਾਂ ਨੇ ਮਾਰ ਕਰਤੀ ਕੋਈ SIT ਬਣਾ ਕੇ, ਤਾਂ ਮੈਨੂੰ ਲੱਗਦਾ ਇਹ ਕਾਬੀ ਲੈਣੇ ਤੇ ਦੇਣੇ ਵੀ ਪੈ ਸਕਦੇ। ਮੇਰੇ ਕੋਲ ਇਹਦੀ ਪੁਖਤਾ ਇਨਫੋਰਮੇਸ਼ਨ ਤਾਂ ਨਹੀਂ, ਪਰ ਮੈਂ 30 ਦਰਜਨ ਦੇ ਕਰੀਬ ਪੰਜਾਬ ਸਰਕਾਰ ਦੇ ਵਿੱਚ ਅਹਿਮ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਸੰਭਾਵਨਾਵਾਂ ਦੇਖ ਰਿਹਾ ਸੀ ਕਿ ਲੜਾਈ ਜੇ ਕੇਂਦਰ ਵੱਲੋਂ ਵਿੱਢੀ ਗਈ ਇਸ ਸ਼ਿਕਾਇਤ ਦੇ ਉੱਤੇ, ਤਾਂ ਪੰਜਾਬ ਦੀ ਵਿਜੀਲੈਂਸ ਜਾਂ ਕੋਈ SIT ਤੇ ਸਪੈਸ਼ਲ ਟਾਈਮ ਬਾਉਂਡ ਕਰਕੇ 3 ਮਹੀਨੇ ਦੇ ਵਿੱਚ ਟ੍ਰੇਡਰਸ ਤੇ ਸਾਰੇ ਪੋਲੀਟੀਸ਼ੀਅਨਸ ਦਾ ਨੈਕਸਸ ਕਿ ਕਿੰਨਾ ਨੂੰ ਪਤਾ ਲੱਗਿਆ ਕਿ ਅੰਦਰ ਕਾਫੀ ਕੁਝ ਪੱਕ ਰਿਹਾ। ਗੱਲ ਤੁਸੀਂ ਕਰ ਰਹੇ ਸੀ। ਮੈਂ ਇਹ ਕਹਿ ਰਿਹਾ ਸੀਗਾ ਕਿ ਇਹ ਇਸ ਕਰਕੇ ਮਤਲਬ ਔਖਾ ਹੁੰਦਾ ਹੈ ਜਦੋਂ ਕੈਬਨਿਟ ਅਪਰੂਵ ਕਰ ਦਿੰਦੀ ਹੈ, ਫਿਰ ਉਹਦੇ ਉੱਤੇ ਤੁਸੀਂ ਸਵਾਲ ਨਹੀਂ ਉਠਾ ਸਕਦੇ, ਉਸ ਤੋਂ ਬਾਅਦ ਇਹ ਵਿਧਾਨ ਸਭਾ ਦੇ ਵਿੱਚ ਵੀ ਜਾਂਦੀ ਹੈ। ਸੋ ਮੈਨੂੰ ਇਹ ਲੱਗਦਾ ਕਿ ਇਹ ਔਖਾ ਹੋਏਗਾ ਜਦੋਂ ਜਿਹੜੀ ਚੀਜ਼ ਅਪਰੂਵ ਹੋ ਜਾਂਦੀ ਹੈ, ਫਿਰ ਉਹਦੇ ਉੱਤੇ ਤੁਸੀਂ ਸਵਾਲ ਨਹੀਂ ਚੱਕ ਸਕਦੇ। ਔਰ ਇੰਦਰਪ੍ਰੀਤ ਜੀ, ਮੈਨੂੰ ਇਹ ਜ਼ਰੂਰ ਕਰ ਦਿਓ ਕਲੀਅਰ ਕਿ ਔਖਾ ਕੰਮ ਕਿਹੜਾ ਸਰਕਾਰਾਂ ਲਈ ਹੁੰਦਾ। ਮੈਂ ਪੁੱਛ ਰਿਹਾ ਕਿ ਪਾਲਿਸੀ ਨੂੰ ਜੇ ਕੋਈ ਟੱਚ ਨਾ ਵੀ ਕਰੇ, ਪਿਛਲੇ 15 ਸਾਲਾਂ ਦੇ ਵਿੱਚ ਐਕਸਾਈਜ਼ ਦੇ ਨਜ਼ਰੀਏ ਤੋਂ ਜਾਂ ਮਾਈਨਿੰਗ ਦੇ ਨਜ਼ਰੀਏ ਤੋਂ ਜਦੋਂ ਇਕੱਠੇ ਮਾਮਲੇ ਲੈ ਕੇ ਜਿਹੜੇ ਸਟੇਟ ਤੇ ਰੈਵਨਿਊ ਨੂੰ ਨੁਕਸਾਨ ਪਹੁੰਚਿਆ, ਉਹਦੇ ਵਿੱਚ ਸਿਆਸਤਦਾਨਾਂ ਦੇ ਗੱਠਜੋੜਾਂ ਦੀ ਜਾਂਚ ਲਈ ਜੇ ਕੋਈ ਆਰਡਰ ਕੀਤੇ ਜਾ ਸਕਣ, ਤਾਂ ਮੈਂ ਤੁਹਾਨੂੰ ਲੱਗਦਾ ਵੀ ਇਹਦੇ 'ਚ ਕੋਈ ਪਾਬੰਦੀ ਆ ਸਕਦੀ ਹੈ ਵੀ ਕਿਹੜਾ ਕਿਸ ਦੇ ਨਾਂ ਲੈ ਕੇ ਕਰਨੀ ਹੈ। ਜਾਂਚ ਆਰਡਰ ਕਰਨ ਲੱਗਿਆ ਵਿਅਕਤੀ ਵਿਸ਼ੇਸ਼ ਵਿੱਚ ਨਹੀਂ ਹੁੰਦੇ, ਇੱਕ ਪੀਰੀਅਡ ਹੁੰਦਾ ਤੇ ਜਿਹੜੇ ਖਾਸ ਤੌਰ ਤੇ ਏਰੀਆਜ਼ ਹੁੰਦੇ ਆ ਉਹ ਨਿਰਧਾਰਿਤ ਕਰਤੇ ਜਾਂਦੇ ਆ ਕਿ ਜਾਂਚ ਕਰਕੇ ਰਿਪੋਰਟ ਪੇਸ਼ ਕਰੋ। ਤੁਹਾਨੂੰ ਯਾਦ ਹੀ ਹੋਣਾ ਝੂਠੇ ਪਰਚਿਆਂ ਦੇ ਉੱਤੇ ਵੀ ਕਮਿਸ਼ਨ ਬਣਿਆ ਸੀ, ਔਰ ਇਹ ਚੀਜ਼ਾਂ ਸੰਭਵ ਹੁੰਦੀਆਂ ਨੇ ਕਿਉਂਕਿ ਇਹ ਮਾਮਲਾ ਮੈਂ ਚਾਹੂੰਗਾ ਤੁਸੀਂ ਇੱਥੇ ਇੱਕ ਟਿੱਪਣੀ ਜ਼ਰੂਰ ਦਿਓ ਕਿ ਹੋ ਸਕਦਾ ਕਿ ਮੈਂ ਇਹੀ ਕਹਿ ਰਿਹਾ ਵੀ ਇਹ ਕਾਨੂੰਨੀ ਜਾਣਕਾਰੀ ਦੇ ਤੇ ਕੋਈ ਬਿਹਤਰ ਦੱਸ ਦੇ, ਪਰ ਜਿੰਨੀ ਕਿ ਮੈਨੂੰ ਜਾਣਕਾਰੀ ਹੈਗੀ ਹੈ ਉਹ ਇਹ ਹੈ ਵੀ ਜੇ ਕੋਈ ਕੈਬਨਿਟ ਤੇ ਵਿਧਾਨ ਸਭਾ 'ਚ ਅਪਰੂਵ ਹੋ ਜੇ ਕੋਈ ਚੀਜ਼, ਫਿਰ ਉਸ ਤੇ ਜਾਂਚ ਨਹੀਂ ਹੋ ਸਕਦੀ, ਜੋ ਮੈਨੂੰ ਲੱਗਦਾ। ਬਾਕੀ ਦੇਖੋ, ਸਰਕਾਰਾਂ ਐਮਬੈਰਸਮੈਂਟ ਕਰਨ ਵਾਸਤੇ, ਪੋਲੀਟੀਕਲ ਮਾਈਲੇਜ ਲੈਣ ਵਾਸਤੇ ਜਾਂ ਪੋਲੀਟੀਕਲ ਗੇਮਸ ਖੇਡਣ ਲਈ ਤਾਂ ਕਰ ਸਕਦੀਆਂ ਨੇ। ਔਰ ਤੁਹਾਡੀ ਗੱਲ ਠੀਕ ਹੈ ਕਿ ਜਿਵੇਂ ਜੇ ਅਸੀਂ ਪੁਰਾਣੇ ਇੰਨੇ ਕੇਸ ਜਿਹੜੇ ਹੈਗੇ ਆ ਯੂਪੀ ਪੁਲਿਸ ਵਾਲੇ, ਉਹਨਾਂ ਦੇ ਉੱਤੇ ਕਮਿਸ਼ਨ ਬਿਠਾ ਸਕਦੇ ਹਾਂ, ਤਾਂ ਇਸ ਦੇ ਉੱਤੇ ਵੀ ਇੱਕ ਜਾਂਚ ਤਾਂ ਸ਼ੁਰੂ ਕੀਤੀ ਜਾ ਸਕਦੀ ਹੈ। ਔਰ ਜਾਂਚਾਂ ਦੀ ਗੱਲ ਨਹੀਂ ਹੈ, ਜਾਂਚ ਤਾਂ ਇਹ ਆਲਰੇਡੀ, ਜਦੋਂ ਮੈਂ ਤੁਹਾਨੂੰ ਕਿਹਾ ਸੀਗਾ ਵੀ ਵਾਈਟ ਪੇਪਰ ਆਉਂਦੇ ਹੁੰਦੇ ਆ, ਉਹਨਾਂ ਦੇ ਵਿੱਚ ਇਹ ਸਾਰਾ ਕੁਝ ਆਉਂਦਾ ਹੈ ਕਿ ਜਿਹੜੀਆਂ ਪੁਰਾਣੀਆਂ ਐਕਸਾਈਜ਼ ਪਾਲਿਸੀਆਂ ਹੋਈਆਂ ਨੇ ਉਹਨਾਂ 'ਚ ਕਲੇਮਸ ਬਹੁਤ ਵੱਡੇ ਕੀਤੇ ਗਏ ਨੇ, ਪਰ ਹੱਥ ਕੁਝ ਨਹੀਂ ਆਇਆ ਹੈਗਾ, ਸਰਕਾਰ ਦੇ ਖਜ਼ਾਨੇ 'ਚ ਕੁਝ ਨਹੀਂ ਪਿਆ। ਇਹ ਤਾਂ ਮੈਂ ਤੁਹਾਨੂੰ ਮਨਪ੍ਰੀਤ ਬਾਦਲ ਹੋਰਾਂ ਦਾ ਔਰ ਇਹਨਾਂ ਨੇ ਵੀ ਵਾਈਟ ਪੇਪਰ ਇੱਕ ਵਿਧਾਨ ਸਭਾ 'ਚ ਜਾਰੀ ਕੀਤਾ ਸੀ ਆਮ ਆਦਮੀ ਪਾਰਟੀ ਨੇ। ਮੈਂ ਉਹਨਾਂ ਦੋਨਾਂ ਦੀ ਗੱਲ ਕਰ ਰਿਹਾ ਕਿ ਉਹਨਾਂ ਦੋਨਾਂ ਨੇ ਇਹ ਗੱਲ ਕੀਤੀ ਹੋਈ ਹੈ ਕਿ ਪਿਛਲੇ ਜਿੰਨੇ ਮਰਜ਼ੀ ਸਾਲ ਲੈ ਲਓ, ਕਦੇ ਵੀ ਜਿੰਨਾ ਕਲੇਮ ਕੀਤਾ ਗਿਆ ਐਕਸਾਈਜ਼ ਪਾਲਿਸੀ 'ਚ ਉਹਨਾਂ ਪੈਸਾ ਆਇਆ ਹੀ ਨਹੀਂ ਹੈਗਾ। ਜੀ ਭਾਸਕਰ ਸਾਹਿਬ, ਇੱਕ ਛੋਟੀ ਜਿਹੀ ਟਿੱਪਣੀ, 3 ਮੁੱਦੇ ਮੈਂ ਇਕੱਠੇ ਤੁਹਾਡੇ ਕੋਲ ਲਿਆਉਣੇ, ਪਰ ਇੱਥੇ ਟਿੱਪਣੀ ਕਰ ਲਓ ਪਹਿਲਾਂ। ਜੀ ਬਿਲਕੁਲ, ਟਿੱਪਣੀ ਕਰਨੀ ਬਣਦੀ ਵੀ ਹੈ। ਤੁਸੀਂ ਸਾਰੀ ਇਹਨਾਂ ਗੱਲਾਂ ਦੇ ਪਿੱਛੇ, ਕਿਉਂਕਿ ਹਰਸਿਮਰਤ ਕੌਰ ਬਾਦਲ ਦੀ ਲਿਖੀ ਹੋਈ ਉਹ ਚਿੱਠੀ ਔਰ ਉਸ ਜਾਂਚ ਦੀ ਮੰਗ ਤੇ ਮਲਵਿੰਦਰ ਸਿੰਘ ਕੰਗ ਉਹਨਾਂ ਦਾ ਅਟੈਕ, ਇਹ ਦੋਨਾਂ ਚੀਜ਼ਾਂ ਦੇ ਵਿੱਚ ਤੁਸੀਂ ਇੱਕ ਚੀਜ਼ ਭੁੱਲ ਰਹੇ ਹੋ। ਹੁਣ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜਾਂ ਆਮ ਆਦਮੀ ਪਾਰਟੀ ਦਾ ਅਟੈਕ, ਯਾਨੀ ਜਿਹੜਾ ਗੱਤਾ ਜਿਹਾ ਜਿੱਥੇ ਗੋਲੀਆਂ ਚਲਾਉਂਦੇ ਨੇ, ਉਹ ਚੇਂਜ ਹੋ ਰਿਹਾ। ਪਹਿਲੇ ਨਿਸ਼ਾਨੇ ਤੇ ਸੀ ਕਾਂਗਰਸ,
ਹੁਣ ਹੌਲੇ ਕਰਕੇ ਨਿਸ਼ਾਨੇ ਤੇ ਆ ਰਹੀ ਹੈ ਅਕਾਲੀ ਦਲ, ਕਿਉਂਕਿ ਭਾਜਪਾ ਤੇ ਸਰਕਾਰ ਦੇ ਵਿੱਚ ਹਮੇਸ਼ਾ ਸਟੈਪਨੀ ਦੇ ਤੌਰ ਤੇ ਰਹੀ ਹੈ। ਉਹਨਾਂ ਨੇ 4 ਟਾਇਰਾਂ ਤੇ ਹਮਲਾ ਕਰਨਾ ਹੈ ਤੇ ਹੁਣ ਅਕਾਲੀ ਦਲ ਨਿਸ਼ਾਨੇ ਤੇ ਹੋ ਰਿਹਾ। ਤੁਸੀਂ ਇਸ ਤਰੀਕੇ ਨਾਲ ਇਸ ਗੱਲ ਨੂੰ ਦੇਖੋ ਕਿ ਭਾਵੇਂ ਪਾਲਿਸੀ ਦੇ ਵਿੱਚ ਕੋਈ ਇਨਵੈਸਟੀਗੇਸ਼ਨ ਹੁੰਦੀ ਹੈ ਨਹੀਂ ਹੁੰਦੀ ਹੈ, ਪਰ ਜਿਹੜੀ ਗੋਲ ਪੋਸਟ ਹੈ ਉਹ ਚੇਂਜ ਹੋ ਗਈ ਹੈ ਆਮ ਆਦਮੀ ਪਾਰਟੀ ਦੀ। ਹਾਲਾਂਕਿ ਇਦਾਂ ਦੇ ਐਲੀਗੇਸ਼ਨ ਕਈ ਵਾਰ ਕਾਂਗਰਸੀਆਂ ਨੇ ਵੀ ਲਾਏ ਨੇ, ਤੇ ਪਰ ਕਾਂਗਰਸੀਆਂ ਦੀ ਗੱਲਾਂ ਹੁਣ ਨਹੀਂ ਕਰ ਰਹੇ ਆਮ ਆਦਮੀ ਪਾਰਟੀ ਵਾਲੇ। ਹੁਣ ਆਮ ਆਦਮੀ ਪਾਰਟੀ ਦਾ ਨਿਸ਼ਾਨਾ ਹੈਗਾ ਅਕਾਲੀ ਦਲ ਤੇ ਫਿਰ ਭਾਜਪਾ ਜੀ। ਔਰ ਭਾਸਕਰ ਸਾਹਿਬ, 3 ਖਬਰਾਂ, ਕੀ ਰਾਜਜੀਤ ਸਿੰਘ ਨੇ ਕੋਈ ਨਵੀਂ ਪਟੀਸ਼ਨ ਪਾਈ ਸੀ ਜਾਂ ਕੱਲ ਪੁਰਾਣੀ ਪਟੀਸ਼ਨ ਦਾ ਹੀ ਜ਼ਿਕਰ ਹੋ ਰਿਹਾ? ਦੂਜਾ ਮਾਮਲਾ, ਨੈਸ਼ਨਲ ਹੈਲਥ ਮਿਸ਼ਨ ਦੇ ਉੱਤੇ ਇੱਕ ਸਵਾਲ ਰਾਘਵ ਚੱਡਾ ਵੱਲੋਂ ਰੱਖਿਆ ਗਿਆ ਸੀ ਪਾਰਲੀਮੈਂਟ 'ਚ, ਉਹਦੇ ਉੱਤੇ ਕੀ ਸਰਕਾਰ ਨੂੰ ਕੋਈ ਥੋੜੀ ਬਹੁਤੀ ਰਾਹਤ ਮਿਲਦੀ, ਪੈਸੇ ਪੂਸੇ ਮਿਲ ਜਾਣਗੇ? ਤੇ ਤੀਜਾ ਮਾਮਲਾ ਕਿ ਪੀਏਯੂ ਦਾ ਮਾਮਲਾ, ਜਿਹਦੇ ਵਿੱਚ ਲਗਾਤਾਰ ਰੌਲਾ ਪੈ ਰਿਹਾ ਸੀ ਕਿ ਬੱਚੀਆਂ ਨਾਲ ਸ਼ੋਸ਼ਣ ਹੁੰਦਾ ਰਿਹਾ, ਸਿਰਫ ਇੱਕ ਬਦਲੀ ਕਰਕੇ ਸਾਰ ਲਿਆ ਗਿਆ। ਹੁਣ ਇੱਕ ਪ੍ਰੋਫੈਸਰ ਦੇ ਸਸਪੈਂਡ ਕੀਤੇ ਜਾਣ ਦੀ ਖਬਰ ਆ ਰਹੀ ਹੈ। ਇਹ 3 ਖਬਰਾਂ ਨੂੰ ਇਕੱਠਿਆਂ ਜੋੜ ਲਓ। ਜਿੱਥੇ ਤੱਕ ਗੱਲ ਰਾਜਜੀਤ ਦੀ ਹੈਗੀ ਹੈ, ਤੇ ਰਾਜਜੀਤ ਨੇ ਬਹੁਤ ਸਾਰੀ ਪਟੀਸ਼ਨਾਂ ਪਾਈ ਸੀ, ਜਿਹਦੇ ਵਿੱਚ ਹਾਈ ਕੋਰਟ ਦੇ ਵਿੱਚ ਉਹਨਾਂ ਦੀ ਐਂਟੀਸਿਪੇਟਰੀ ਬੇਲ ਉਹ ਪਿਛਲੇ ਦਿਨਾਂ ਦੇ ਵਿੱਚ ਰਿਜੈਕਟ ਹੋਈ ਸੀ। ਹੁਣ ਇੱਕ ਨਵੀਂ ਪਟੀਸ਼ਨ ਦੇ ਵਿੱਚ ਉਹਨਾਂ ਨੇ ਆਪਣੇ ਜਿਹੜਾ ਉਹਨਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਸੀ, ਬਰਖਾਸਤ ਕੀਤਾ ਗਿਆ ਸੀ, ਉਸ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਉਹਨਾਂ ਦਾ ਇਹ ਕਹਿਣਾ ਹੈ ਕਿ ਉਹਦਾ ਸਿਆਸੀ ਲਾਹਾ ਲੈਣ ਵਾਸਤੇ ਪਹਿਲੇ ਮੁੱਖ ਮੰਤਰੀ ਇੱਕ ਸਟੇਟਮੈਂਟ ਜਾਰੀ ਕਰਦੇ ਨੇ ਕਿ ਰਾਜਜੀਤ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਇਹ ਆਰਡਰ ਆਫੀਸ਼ੀਅਲੀ ਉਹਨਾਂ ਨੂੰ ਵੀ ਮਿਲਦੇ ਨੇ ਤੇ ਉਸ ਤੋਂ ਬਾਅਦ ਇਸ਼ੂ ਵੀ ਸ਼ਾਇਦ ਬਾਅਦ ਚ ਹੁੰਦੇ ਨੇ। ਹੁਣ ਐਦਾਂ ਦੀ ਗੱਲ ਦੇ ਉੱਤੇ ਪਟੀਸ਼ਨ ਫਿਲਹਾਲ ਐਕਸੈਪਟ ਕਰ ਲਈ ਹੈ ਹਾਈ ਕੋਰਟ ਨੇ, ਔਰ ਸਰਕਾਰ ਨੂੰ ਨੋਟਿਸ ਦੇ ਦਿੱਤਾ ਹੈ। ਇਸ ਮੁੱਦੇ ਤੇ ਕੀ ਫੈਸਲਾ ਹੋਏਗਾ ਇਹ ਪਤਾ ਨਹੀਂ, ਪਰ ਫਿਲਹਾਲ ਰਾਜਜੀਤ ਉਹਨਾਂ ਦਾ ਨਾਂ ਫੜਿਆ ਜਾਣਾ ਉਹ ਵੀ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹੁਣ ਗੱਲ ਕਰੀਏ ਨੈਸ਼ਨਲ ਹੈਲਥ ਮਿਸ਼ਨ ਦੀ। ਰਾਜ ਸਭਾ ਦੇ ਵਿੱਚ ਰਾਘਵ ਚੱਡਾ ਜੋ ਮੁਸ਼ਕਿਲਾਂ ਦੇ ਵਿੱਚ ਹੈਗੇ ਨੇ, ਉਹਨਾਂ ਨੇ ਇੱਕ ਸਵਾਲ ਪੁੱਛ ਲਿਆ। ਸਵਾਲ ਇਹ ਸੀਗਾ ਕਿ ਨੈਸ਼ਨਲ ਹੈਲਥ ਮਿਸ਼ਨ ਦੇ ਤੌਰ ਤੇ ਜਿਹੜੇ ਆਯੁਸ਼ਮਾਨ ਹੈਲਥ ਐਂਡ ਵੈਲਨੈਸ ਸੈਂਟਰ ਹੈ, ਉਹਦੇ ਵਾਸਤੇ ਕੇਂਦਰ ਸਰਕਾਰ ਪੈਸਾ ਨਹੀਂ ਜਾਰੀ ਕਰ ਰਹੀ, ਯਾਨੀ ਪੰਜਾਬ ਦੇ ਨਾਲ ਵਿਤਕਰੇ ਕਰ ਰਹੀ ਹੈ। ਉਸ ਵਿਤਕਰੇ ਦੇ ਐਲੀਗੇਸ਼ਨ ਦਾ ਜਵਾਬ ਦਿੰਦੇ ਹੋਏ ਮੰਤਰੀ ਸਾਹਿਬ ਨੇ ਇੱਕ ਗੱਲ ਸਾਫ਼ ਕਰਤੀ। ਅਸੀਂ ਬਹੁਤ ਵਾਰ ਕਿਹਾ ਇਹਨਾਂ ਨੂੰ, ਸਾਡੇ ਭੇਜੇ ਹੋਏ ਪੈਸੇ ਔਰ ਉਹਦੀ ਬ੍ਰਾਂਡਿੰਗ, ਯਾਨੀ ਆਯੁਸ਼ਮਾਨ ਹੈਲਥ ਐਂਡ ਵੈਲਨੈਸ ਸੈਂਟਰ ਦੀ ਜਿਹੜੀ ਬ੍ਰਾਂਡਿੰਗ ਹੈ ਉਹ ਤੁਸੀਂ ਠੀਕ ਕਰ ਦਿਓ। ਉੱਥੇ ਤੁਸੀਂ ਭਗਵੰਤ ਮਾਨ ਉਹਨਾਂ ਦੀ ਫੋਟੋ ਲਾਈ ਹੋਈ ਹੈ, ਤੇ ਅਸੀਂ ਪੈਸੇ ਕਿਉਂ ਭੇਜੀਏ? ਤੁਸੀਂ ਜਿਹੜੇ ਦੇਸ਼ ਦੇ ਵਿੱਚ ਸਾਰੇ ਸੂਬਿਆਂ ਨੂੰ ਅਸੀਂ ਪੈਸੇ ਭੇਜਦੇ ਹਾਂ, ਤੁਹਾਡੇ ਪੈਸੇ ਇਸ ਕਰਕੇ ਰੋਕੇ ਹੋਏ ਨੇ ਕਿ ਤੁਸੀਂ ਉਹਦਾ ਡਿਜ਼ਾਈਨ ਹੀ ਚੇਂਜ ਕਰਤਾ, ਤੇ ਉਹ ਉਸ ਫੋਟੋ ਦੇ ਉੱਤੇ ਵੀ ਇਤਰਾਜ਼ ਹੈਗਾ। ਉਹਨਾਂ ਨੇ ਇਹ ਦੱਸਿਆ ਕਿ 755.65 ਯਾਨੀ 755 ਕਰੋੜ ਰੁਪਏ ਇਹਦੇ ਵਾਸਤੇ ਪੰਜਾਬ ਨੂੰ 2020 ਤੋਂ ਲੈ ਕੇ 2026 ਤੱਕ ਦਿੱਤੇ ਜਾਣੇ ਸੀ। ਔਰ ਇਸ ਤੋਂ ਇਲਾਵਾ ਫਾਈਨੈਂਸ ਕਮਿਸ਼ਨ ਜਿਹੜਾ ਹੁਣੇ ਮੀਟਿੰਗ ਹੋਈ ਸੀ, ਉਹਦੇ ਵਿੱਚ ਵੀ 2131 ਕਰੋੜ ਹਸਪੀਟਲ ਬਣਾਉਣ ਦੇ ਵਾਸਤੇ ਵੀ ਪੰਜਾਬ ਨੂੰ ਦਿੱਤੇ ਜਾਣੇ ਨੇ, ਔਰ ਹੋਰ ਵੀ ਨੈਸ਼ਨਲ ਹੈਲਥ ਮਿਸ਼ਨ ਦੇ ਵਿੱਚ ਕਈ ਪ੍ਰੋਗਰਾਮ ਹੁੰਦੇ ਆ ਉਹਦੇ ਵਾਸਤੇ ਦਿੱਤੇ ਜਾਣੇ ਨੇ, ਬਸ਼ਰਤੇ ਤੁਸੀਂ ਆਯੁਸ਼ਮਾਨ ਹੈਲਥ ਵੈਲਨੈਸ ਸੈਂਟਰ ਦਾ ਉਹ ਜਿਹੜੀ ਬ੍ਰਾਂਡਿੰਗ ਹੈਗੀ ਹੈ ਉਹਨੂੰ ਚੇਂਜ ਕਰ ਦਿਓ। ਇਹਦੇ ਵਾਸਤੇ ਡਾਕਟਰ ਬਲਬੀਰ ਸਿੰਘ ਉਹਨਾਂ ਦਾ ਬਿਆਨ ਪਿੱਛੇ ਆਇਆ ਸੀਗਾ, ਜਿਹੜੇ ਸਾਡੇ ਸੂਬੇ ਦੇ ਹੈਲਥ ਮਿਨਿਸਟਰ ਨੇ। ਉਹਨਾਂ ਨੇ ਕਿਹਾ ਸੀ ਪ੍ਰਪੋਜ਼ਲ ਬਣਾ ਕੇ ਮੁੱਖ ਮੰਤਰੀ ਸਾਹਿਬ ਨੂੰ ਭੇਜਤਾ ਹੈ। ਹੁਣ ਮੁੱਖ ਮੰਤਰੀ ਸਾਹਿਬ ਨੂੰ ਪ੍ਰਪੋਜ਼ਲ ਹੈ ਭੇਜਿਆ ਕਿ ਆਪਣੀ ਫੋਟੋ ਲਾਓ। ਹੁਣ ਮੁੱਖ ਮੰਤਰੀ ਉਸ ਪ੍ਰਪੋਜ਼ਲ ਦੇ ਉੱਤੇ ਕਿੱਦਾਂ ਸਾਈਨ ਕਰਨਗੇ ਮੇਰੀ ਫੋਟੋ ਹੁਣ ਹਟਾ ਦਿਓ, ਇਹ ਮਾਮਲਾ ਹਜੇ ਇੱਥੇ ਅਟ ਗਿਆ ਹੋਇਆ। ਪਰ ਰਾਜ ਸਭਾ ਦੇ ਵਿੱਚ ਸੇਮ ਜਵਾਬ ਜਿਹੜਾ ਪਟਿਆਲੇ ਦੀ ਸਿਆਸੀ ਸਟੇਜ ਤੋਂ ਵੀ ਜਿਹੜੇ ਮਨਸੁਖ ਮਾਂਡਵੀ ਹੈ, ਜਿਹੜੇ ਸਿਹਤ ਮੰਤਰੀ ਹੈ ਕੇਂਦਰੀ, ਉਹਨਾਂ ਨੇ ਜਿਹੜਾ ਦਿੱਤਾ ਸੀ ਉਹੀ ਗੱਲ ਨੂੰ ਰਿਪੀਟ ਕੱਲ ਰਾਜ ਸਭਾ ਦੇ ਵਿੱਚ ਵੀ ਕੀਤਾ ਗਿਆ। ਕਿੰਨਾ ਭਾਸਕਰ ਸਾਹਿਬ, ਕਿੰਨਾ ਕੁ ਔਖਾ ਹੈ? ਉੱਪਰਲੇ ਬੰਨੇ ਪੁਰਾਣਾ ਨਾਂ ਰਹਿਣ ਦਿਓ, ਸਾਈਡ ਤੇ ਪ੍ਰਧਾਨ ਮੰਤਰੀ ਦੀ ਫੋਟੋ ਰਹਿਣ ਦਿਓ, ਦੂਜੇ ਪਾਸੇ ਥੱਲੇ ਜਿਹੜਾ ਵਾ ਉਹ ਲਿਖ ਦਿਓ ਤੁਸੀਂ ਆਮ ਆਦਮੀ ਕਲੀਨਿਕ, ਜਿਹੜਾ ਤੁਸੀਂ ਪਹਿਲਾਂ ਵੀ ਨਾਂ ਰੱਖਿਆ ਹੋਇਆ, ਤੇ ਉਹਦੇ ਦੂਜੇ ਬੰਨੇ ਭਗਵੰਤ ਮਾਨ ਸਾਹਿਬ ਦੀ ਨਵੀਂ ਫਰੈਸ਼ ਫੋਟੋ ਖਿੱਚ ਕੇ, ਕਿਉਂਕਿ ਪੁਰਾਣੀਆਂ ਫੋਟੋਆਂ ਦੇਖ ਕੇ ਅਸੀਂ ਅੱਕੇ ਹੋਏ ਆ, ਸੋ ਉਹਨਾਂ ਦੀ ਕਾਈਂਡਲੀ ਇੱਕ ਫੋਟੋ ਸ਼ੂਟ ਕਰਾ ਲਓ, ਭਾਵੇਂ ਕਿਤੇ ਹਿਮਾਚਲ ਚ ਕਰਾ ਲਓ ਜਾਂ ਕਿਤੇ ਹੋਰ ਜਿੱਥੇ ਵੀ ਦਿੱਲੀ ਦੇ ਵਿੱਚ ਕਰਾ ਲਓ। ਸੋ ਉਹਨਾਂ ਦਾ ਫੋਟੋ ਸ਼ੂਟ ਕਰਾ ਕੇ ਤੇ ਗੂਗਲ ਤੇ ਵੀ ਫੋਟੋਆਂ ਪਾਓ, ਰੋਜ਼ ਕਿਤੇ ਨਾ ਕਿਤੇ ਲਾਉਣੀਆਂ ਪੈਂਦੀਆਂ ਨੇ, ਤੇ ਉਹ ਉਹਨਾਂ ਦੀ ਫੋਟੋ ਉੱਥੇ ਵੀ ਲਾ ਲਓ, ਤੇ ਮੈਨੂੰ ਲੱਗਦਾ ਕਾਫੀ ਮਸਲਾ ਹੱਲ ਹੋ ਸਕਦਾ। ਹੁਣ ਤੀਜਾ ਜਿੱਥੇ ਤੱਕ ਗੱਲ ਮਸਲੇ ਹੱਲ ਹੁੰਦੀ ਹੈ, ਉਹਦਾ ਇੱਕ ਬ੍ਰਾਂਡਿੰਗ ਹੈਗੀ ਹੈ ਜਿਹੜੀ ਪੂਰੇ ਨੈਸ਼ਨਲ ਲੈਵਲ ਤੇ ਇਸ ਤਰ੍ਹਾਂ ਦੇ ਵੈਲਨੈਸ ਸੈਂਟਰ ਨੇ, ਉਹ ਇੱਕ ਖਾਸ ਡਿਜ਼ਾਈਨ, ਉਹਦਾ ਡਿਜ਼ਾਈਨ ਭੇਜ ਦਿੱਤਾ ਗਿਆ ਪੰਜਾਬ ਸਰਕਾਰ ਨੂੰ, ਔਰ ਪੰਜਾਬ ਸਰਕਾਰ ਨੇ ਐਗਰੀ ਵੀ ਕਰ ਲਿਆ ਕਿ ਅਸੀਂ ਉਹ ਡਿਜ਼ਾਈਨ ਚੇਂਜ ਕਰ ਦਾਂਗੇ, ਪਤਾ ਨਹੀਂ ਕਦੋਂ ਹੁੰਦਾ ਹੈ। ਤੀਜਾ ਮਾਮਲਾ ਜਿਹੜਾ ਤੁਸੀਂ ਪੁੱਛਿਆ ਸੀਗਾ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਕੁਝ ਸਟੂਡੈਂਟਸ ਯਾਨੀ ਮਹਿਲਾ ਛਾਤਰਾਂ ਨੇ ਆਰੋਪ ਲਾਏ ਸੀ, ਔਰ ਉਹਦੀ ਕੰਪਲੇਂਟ ਗਵਰਨਰ ਸਾਹਿਬ ਨੂੰ ਵੀ ਭੇਜੀ ਸੀਗੀ। ਉਸ ਤੋਂ ਬਾਅਦ ਉਸ ਅਸਿਸਟੈਂਟ ਪ੍ਰੋਫੈਸਰ ਜਿਹਦੇ ਉੱਤੇ ਇਲਜ਼ਾਮ ਲਾਏ ਗਏ ਸੀ, ਉਹਨੂੰ ਟੀਚਿੰਗ ਡਿਊਟੀ ਤੋਂ ਹਟਾ ਦਿੱਤਾ ਗਿਆ ਸੀ, ਔਰ ਉਹਨਾਂ ਦਾ ਕਪੂਰਥਲਾ ਦੇ ਵਿੱਚ ਟ੍ਰਾਂਸਫਰ ਤੱਕ ਕਰ ਦਿੱਤਾ ਗਿਆ ਸੀ। ਪਰ ਹੁਣ 72 ਘੰਟੇ ਦਾ ਅਲਟੀਮੇਟਮ ਜਿਹੜਾ ਸਟੂਡੈਂਟਸ ਯੂਨੀਅਨ ਨੇ ਦਿੱਤਾ ਸੀਗਾ, ਉਸ ਅਲਟੀਮੇਟਮ ਦੇ ਖਤਮ ਹੋਣ ਤੋਂ ਪਹਿਲੇ ਹੁਣ ਐਕਸ਼ਨ ਲਿੱਤਾ ਹੈ ਪੀਏਯੂ ਅਥਾਰਟੀਜ਼ ਨੇ, ਤੇ ਉਸ ਪ੍ਰੋਫੈਸਰ ਯੁਵਰਾਜ ਸਿੰਘ
ਜਿਨ੍ਹਾਂ ਦੇ ਖਿਲਾਫ ਐਲੀਗੇਸ਼ਨ ਲੱਗੇ ਨੇ ਉਹਨਾਂ ਨੂੰ ਸਸਪੈਂਡ ਕਰਤਾ ਹੈ। ਹੁਣ ਸਸਪੈਂਡ ਕਰਨ ਤੋਂ ਬਾਅਦ ਜਾਂਚ ਕਦੋਂ, ਕਿੱਥੇ ਤੇ ਕਿਸ ਤਰੀਕੇ ਨਾਲ ਹੋਏਗੀ, ਇਹਦਾ ਵੀ ਇੱਕ ਪ੍ਰੋਸੈਸ ਅਡਾਪਟ ਕੀਤਾ ਜਾ ਰਿਹਾ। ਚਾਹੀਦਾ ਤਾਂ ਇਹ ਸੀਗਾ ਕਿ ਉਹਨਾਂ ਨੂੰ ਰਿਟਾਇਰ ਕਰਤਾ ਜਾਂਦਾ, ਉਹਨਾਂ ਦੇ ਬੈਨੀਫਿਟ ਦੇ ਕੇ ਭਾਵੇਂ ਰਿਟਾਇਰ ਕਰ ਦਿਓ। ਮੈਨੂੰ ਲੱਗਦਾ ਇਹੋ ਜਿਹੇ ਲੋਕਾਂ ਨੂੰ ਜ਼ਰੂਰ ਥੋੜਾ ਜਿਹਾ ਸੰਸਥਾਵਾਂ ਤੋਂ ਵੱਖਰਾ ਕਰਨਾ ਬਣਦਾ। ਖੈਰ ਯੂਨੀਵਰਸਿਟੀਆਂ ਦੇ ਵਿੱਚ ਵਿਦਵਾਨ ਲੋਕ ਬੈਠੇ ਆ, ਸ਼ਾਇਦ ਠੀਕ ਹੀ ਫੈਸਲੇ ਲੈ ਰਹੇ ਹੋਣਗੇ। ਮੈਂ ਇੰਦਰਪ੍ਰੀਤ ਜੀ ਆਖਰ ਦੇ ਵਿੱਚ ਜਾਣਾ ਚਾਹੂੰਗਾ, ਦੋ ਖਬਰਾਂ ਬੜੀਆਂ ਅਹਿਮ ਨੇ। ਇੱਕ ਧਾਰਾ 370 ਨਾਲ ਸੰਬੰਧਿਤ ਬਹਿਸ ਹੋਈ ਸੀ, ਉਹ ਤਾਂ ਭਾਸਕਰ ਸਾਹਿਬ ਦੱਸ ਦੇਣਗੇ। ਮੈਂ ਕੇਰਲ ਦੇ ਵਿੱਚ ਜਿਹੜੀ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਦੇ ਖਿਲਾਫ ਮਤਾ ਲਿਆਂਦਾ ਹੈ, ਉਹ ਕਾਫੀ ਅਹਿਮ ਆ ਕਿਉਂਕਿ ਹੋਰ ਰਾਜਾਂ 'ਚ ਵੀ ਫੈਲ ਸਕਦਾ। ਪੰਜਾਬ ਵੀ ਕੀ ਇਹ ਕੇਰਲ ਦੀ ਤਰਜ਼ ਤੇ ਅੱਗੇ ਵਧੇਗਾ ਕਿ ਨਹੀਂ, ਕਿਉਂਕਿ ਇੱਥੇ ਵੀ ਮੁੱਖ ਮੰਤਰੀ ਨੇ ਕਿਹਾ ਸੀ ਕਿ ਇਹ ਸਾਡੇ ਸੱਭਿਆਚਾਰਕ ਖਾਸੇ ਨਾਲ ਢੁਕਵਾਂ ਨਹੀਂ ਹੈ, ਸਭ ਦੇ ਆਪੋ ਆਪਣੇ ਰਹੁ ਰੀਤਾਂ ਤੇ ਰਿਵਾਜ ਨੇ। ਬਿਲਕੁਲ ਰੰਧਾਵਾ ਸਾਹਿਬ, ਪਰ ਮੇਰਾ ਸਵਾਲ ਉਸ ਤੋਂ ਪਹਿਲਾਂ ਮੂਲ ਹੈ। ਮੇਰਾ ਸਵਾਲ ਇਹ ਹੈ ਕਿ UCC 'ਚ ਹੈ ਕੀ? ਜਿਹੜਾ ਡਰਾਫਟ ਗਵਰਨਮੈਂਟ ਆਫ ਇੰਡੀਆ ਲੈ ਕੇ ਆ ਰਹੀ ਹੈ, ਉਹ ਕਿੱਥੇ ਡਰਾਫਟ ਕੀਤਾ ਹੈ? ਉਹ ਹਜੇ ਤੱਕ ਕਿਸੇ ਵੀ ਸਟੇਟ ਨੂੰ ਭੇਜਿਆ ਹੀ ਨਹੀਂ ਹੋਇਆ। ਜਦ ਤੱਕ ਉਹ ਡਰਾਫਟ ਨਹੀਂ ਪਤਾ ਚੱਲਦਾ, ਅਸੀਂ ਕਿਵੇਂ ਟਿੱਪਣੀਆਂ ਕਰੀ ਜਾ ਰਹੇ ਹਾਂ ਵੀ ਉਹ ਕੀ ਹੋਏਗਾ ਉਹਦੇ 'ਚ? ਸੋ ਮੈਨੂੰ ਲੱਗਦਾ ਕਿ ਪਹਿਲਾਂ ਤਾਂ ਸਭ ਤੋਂ ਇਹ ਹੈ ਕਿ ਉਹ ਡਰਾਫਟ ਮਤਲਬ ਸਾਰੀਆਂ ਵਿਧਾਨ ਸਭਾ ਨੂੰ ਭੇਜਿਆ ਜਾਵੇ। ਜੇ ਮਤਲਬ ਸਰਕਾਰ ਬਹੁਤ ਗੰਭੀਰ ਆ ਉਹਦੇ ਤੇ, ਗਵਰਨਮੈਂਟ ਆਫ ਇੰਡੀਆ ਬਹੁਤ ਗੰਭੀਰ ਹੈ, ਕਿਉਂਕਿ ਉਹ ਇਸ਼ੂ ਵੀ ਸਾਰੇ ਉਹਨਾਂ ਦਾ। ਸਾਡੇ ਤੇ ਬਹੁਤ ਸਾਰੇ ਰੰਗ ਭੇਦ ਹੈਗੇ ਨੇ ਤੇ ਧਰਮਾਂ ਦੇ ਲੋਕ ਵੀ ਨੇ, ਉਹਨਾਂ ਦੀਆਂ ਸਭ ਦੀਆਂ ਆਪਣੀਆਂ ਰਿਵਾਇਤਾਂ ਵੀ ਨੇ। ਬਹੁਤ ਸਾਰੇ ਇਸ਼ੂਜ਼ ਹੋ ਸਕਦਾ ਹਿੰਦੂ ਜਿਹੜਾ ਮੈਰਿਜ ਐਕਟ ਦੇ ਉਹਨਾਂ ਤੇ ਵੀ ਇਹ ਅਸਰ ਪਾਵੇ, ਇਹ ਜਿਹੜਾ ਐਕਟ ਆ ਰਿਹਾ ਉਹਨਾਂ ਤੇ ਵੀ ਅਸਰ ਪਾਏ। ਸੋ ਇਹ ਪਹਿਲਾਂ ਜ਼ਰੂਰੀ ਇਹ ਹੈ ਕਿ ਉਹ ਡਰਾਫਟ ਦੇ ਵਿੱਚ ਕੀ ਹੈ ਉਹ ਸਾਰਵਜਨਿਕ ਕੀਤਾ ਜਾਏ, ਪਬਲਿਕ ਕੀਤਾ ਜਾਏ, ਉਹ ਤਾਂ ਫਿਰ ਜਾ ਕੇ ਵਿਧਾਨ ਸਭਾਵਾਂ 'ਚ ਵੀ ਇਸ ਤੇ ਬਹਿਸ ਹੋਵੇ। ਜਿਹੜੀਆਂ ਵਿਧਾਨ ਸਭਾ ਨੂੰ ਪਾਸ ਕਰਨੀਆਂ ਚਾਹੁੰਦੀਆਂ ਪਾਸ ਕਰ ਲੈਣ, ਜਿਹੜੀਆਂ ਇਹਦੇ ਵਿਰੋਧ ਕਰਨੀਆਂ ਚਾਹੁੰਦੇ ਵਿਰੋਧ ਕਰ ਲੈਣ, ਪਰ ਲੋਕਾਂ 'ਚ ਚਰਚਾ ਤਾਂ ਹੋਏ ਕਿ ਇਹਦੇ 'ਚ ਹੈ ਕੀ। ਹਜੇ ਅਸੀਂ ਬਿਨਾਂ ਡਰਾਫਟ ਦੇਖੇ ਹੀ ਮਤਲਬ ਜਿਹੜਾ ਇਹ ਪਾਸ ਵਿਰੋਧ ਕਰਤਾ, ਜਿਵੇਂ ਸਪੋਜ਼ ਕਰੋ ਮਿਜ਼ੋਰਮ ਨੇ ਔਰ ਕੇਰਲ ਨੇ ਇਹਦਾ ਵਿਰੋਧ ਕਰਤਾ। ਕਿਸ ਚੀਜ਼ ਦਾ ਵਿਰੋਧ ਕੀਤਾ? ਕੀ ਸਿਰਫ UCC ਇੱਕ ਨਾਮ ਦਾ ਹੀ ਵਿਰੋਧ ਕਰਤਾ ਜਾਂ ਇਹਦੇ ਕੁਝ ਮਦਾਂ ਨੇ ਜਿਸ ਤੇ ਉਹਨਾਂ ਨੂੰ ਦਿੱਕਤ ਹੈ ਵੀ ਜੇ ਇਹ ਮਦ ਲਾਗੂ ਹੋਗੀ ਤਾਂ ਇਹ ਹੋ ਜਾਏਗਾ, ਜੇ ਫਲਾਣੀ ਮਦ ਲਾਗੂ ਹੋਗੀ ਤਾਂ ਇਹ ਹੋ ਜਾਏਗਾ, ਇਸ ਤੇ ਕੋਈ ਪ੍ਰਭਾਵ ਹੈ, ਉਸ ਨੂੰ ਉਹ ਵਿਰੋਧ ਕਰ ਰਿਹਾ। ਸੋ ਮੈਨੂੰ ਲੱਗਦਾ ਬਿਨਾਂ ਡਰਾਫਟ ਦੇ ਉੱਤੇ ਚਰਚਾ ਕੀਤੇ ਕਿਸੇ ਵੀ ਬਿੱਲ ਨੂੰ ਮਤਲਬ ਇਸ ਤਰ੍ਹਾਂ ਰਿਜੈਕਟ ਕਰਨਾ ਠੀਕ ਨਹੀਂ ਹੈ। ਬਿੱਲ ਦੇ ਉੱਤੇ ਵਿਰੋਧ ਜਤਾਉਣਾ ਸਭ ਦਾ ਹੱਕ ਹੈ, ਪਰ ਇਹ ਜਦ ਤੱਕ ਨਹੀਂ ਆਂਦਾ, ਲੋਕਾਂ ਦੇ ਵਿੱਚ ਨਹੀਂ ਆਂਦਾ, ਤਾਂ ਤੱਕ ਇਹ ਮੁਸ਼ਕਿਲ ਹੀ ਹੋਏਗਾ। ਪਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨਾ ਕਿ ਜਦੋਂ ਪਤਾ ਹੀ ਨਹੀਂ ਵੀ ਕੀ ਹੈ, ਜਦੋਂ ਤੁਸੀਂ ਸਿਰਫ ਯੂਨੀਫਾਰਮ ਸਿਵਲ ਕੋਡ ਦਾ ਜ਼ਿਕਰ ਕਰਦੇ ਹੋ ਨਾ, ਸਾਫ਼ ਤੌਰ ਤੇ ਸਾਹਮਣੇ ਕੀ ਆਉਂਦਾ? ਪੰਜਾਬੀ ਦੇ ਵਿੱਚ ਇੱਕ ਸਾਰ ਜਾਬਤਾ ਕਾਨੂੰਨਵਾਨ ਸਾਰਿਆਂ ਤੇ ਇੱਕੋ ਜਿਹਾ। ਹੁਣ ਮੈਨੂੰ ਕੀ ਪਸੰਦ ਆ, ਤੁਹਾਨੂੰ ਕੀ ਪਸੰਦ ਆ, ਤੁਸੀਂ ਕੀ ਮਾਨਤਾ ਰੱਖਦੇ ਹੋ, ਤੁਹਾਡੀਆਂ 50 ਪੀੜ੍ਹੀਆਂ ਤੋਂ 20 ਪੀੜ੍ਹੀਆਂ ਤੋਂ 5 ਪੀੜ੍ਹੀਆਂ ਤੋਂ ਪਿੱਛੋਂ ਕੀ ਚੱਲਦਾ ਆ ਰਿਹਾ। ਸੋ ਮੋਟੇ ਤੌਰ ਤੇ ਤੁਸੀਂ ਇੱਕ ਸਾਰ ਬੰਧਨ ਦੇ ਵਿੱਚ ਕਿਸੇ ਖਾਸ ਨੇਸ਼ਨ ਦੇ ਵਿੱਚ ਬੰਨਣਾ ਚਾਹੁੰਦੇ ਹੋ। ਇਹ ਨੇਸ਼ਨ ਦੀ ਇੱਛਾ ਤਾਂ ਹੋ ਸਕਦੀ ਹੈ, ਪਰ ਜਿਹਦਾ ਖਾਸਾ, ਜਿਹਦੀ ਖੂਬਸੂਰਤੀ ਇਸ ਗੱਲ 'ਚ ਹੈ ਕਿ ਅਸੀਂ ਅਨੇਕਤਾ ਦੇ ਵਿੱਚ ਏਕਤਾ 'ਚ ਬੱਝੇ ਹੋਏ ਹਾਂ ਤੇ ਏਕਤਾ 'ਚ ਹੀ ਅਨੇਕਤਾ ਹੈ, ਉਹ ਦੋਨੇ ਗੱਲਾਂ ਦੇ ਉੱਤੇ ਇਹਦਾ ਨਾਂ ਸੁਣਦਿਆਂ ਸਾਰੀ ਨੋ ਡਾਊਟ ਇਹ ਜਿਸ ਤਰ੍ਹਾਂ ਦਾ ਇਹ ਮੈਨੂੰ ਲੱਗਦਾ ਕਿ ਕੇਰਲ ਠੀਕ ਕਰ ਰਿਹਾ, ਮਿਜ਼ੋਰਮ ਠੀਕ ਕਰ ਰਿਹਾ, ਬਾਕੀ ਵੀ ਠੀਕ ਕਰ ਰਹੇ, ਕਿਉਂਕਿ ਜਦੋਂ ਤੁਸੀਂ ਸਾਹਮਣੇ ਨਹੀਂ ਰੱਖ ਰਹੇ ਤਾਂ ਮਤਲਬ ਤੁਸੀਂ ਕੁਝ ਛੁਪਾ ਰਹੇ ਹੋ। ਮਤਲਬ ਮਹੀਨਿਆਂ ਦੇ ਮਹੀਨੇ ਹੋ ਗਿਆ ਤੇ ਤੁਸੀਂ ਇਹਨੂੰ ਸਾਹਮਣੇ ਰੱਖਦੇ ਕਿਉਂ ਨਹੀਂ? ਇਹਦਾ ਮਤਲਬ ਹੈ ਕਿ ਤੁਸੀਂ ਅੱਜ ਲਿਆ ਕੇ ਪਾਸ ਕਰਾਉਣਾ ਚਾਹੋਗੇ। ਉਹਨਾਂ ਨੇ ਆਪਣੇ ਫਿਕਰ ਪਹਿਲਾਂ ਹੀ ਦੂਰ। ਆਖਰਕਾਰ ਤੁਸੀਂ ਜਿਹੜੇ ਇਹਦੇ ਵਿੱਚ ਮੰਗੇ, ਲਾ ਕਮਿਸ਼ਨ ਨੇ ਆਪਣੇ ਲੋਕਾਂ ਦੇ ਰਾਏ ਮੰਗੀ ਹੈ ਨਾ, ਤੁਸੀਂ ਲਾ ਕਮਿਸ਼ਨ ਨੂੰ ਚਾਹੀਦਾ ਉਹਦਾ ਖਰੜਾ, ਜਿਹੜਾ ਪਹਿਲਾ ਖਰੜਾ ਉਹ ਰੱਖ ਦੇਣ ਤੇ ਉਸ ਤੋਂ ਬਾਅਦ ਕਹਿਣ ਵੀ ਇਹਦੇ ਵਿੱਚ ਆਪਣੀ ਰਾਏ ਦਿਓ, ਫਿਰ ਇਹਨੂੰ ਚੇਂਜ ਕਰਾਂਗੇ। ਜੀ ਐਗਜ਼ੈਕਟਲੀ, ਮੈਂ ਇਹੀ ਸਵਾਲ ਮੇਰਾ ਹੈਗਾ ਕਿ ਬਹੁਤ ਸਾਰੇ ਇਹ ਨਹੀਂ ਹੈ ਕਿ ਦੇਖੋ ਨਾਰਥ ਈਸਟ ਸਟੇਟਸ ਜਿਹੜੀਆਂ ਸਾਡੀਆਂ ਸਟੇਟਸ ਹੈਗੀਆਂ ਉਹਨਾਂ ਦੇ ਤਾਂ ਇੱਕ ਆਪਣੇ ਹੈਗੇ ਨੇ, ਆਪਣੀਆਂ ਮਾਨਤਾਵਾਂ ਨੇ, ਆਦੀਵਾਸੀਆਂ ਦੀਆਂ ਵੀ ਆਪਣੀਆਂ ਮਾਨਤਾਵਾਂ ਹੈਗੀਆਂ ਨੇ, ਉਹ ਆਪਣੇ ਕਬੀਲਿਆਂ ਦੇ ਕਾਨੂੰਨ ਦੇ ਅਨੁਸਾਰ ਜਰਾ ਚੱਲਦੇ ਆ। ਪਰ ਮੈਂ ਕਹਿ ਰਿਹਾ ਵੀ ਇਹਦੇ ਵਿੱਚ ਕੀ ਹੈ ਜਾ। ਇਸੇ ਤਰ੍ਹਾਂ ਹਿਮਾਚਲ ਦੇ ਵਿੱਚ ਵੀ ਹੈ, ਪੋਲੀਗੈਮੀ ਸਿਸਟਮ ਹੈਗਾ। ਹੁਣ ਅਸਮ ਦੇ ਵਿੱਚ ਤੁਸੀਂ ਪੜਿਆ ਹੋਣਾ 5-6 ਦਿਨ ਪਹਿਲਾਂ ਹੀ ਉੱਥੇ ਦੇ ਚੀਫ ਮਿਨਿਸਟਰ ਨੇ ਪੋਲੀਗੈਮੀ ਸਿਸਟਮ ਨੂੰ ਖਤਮ ਕਰਨ ਦਾ ਉਹ ਕਰ ਲਿਆ ਵੀ ਨਹੀਂ ਚੱਲੇਗਾ। ਪਰ ਹਿਮਾਚਲ 'ਚ ਵੀ ਹੈ ਤਾਂ ਹਿਮਾਚਲ ਦੇ ਜਿਹੜੇ ਸਿਰਮੌਰ ਵਾਲਾ ਜਿਹੜਾ ਉੱਪਰਲਾ ਏਰੀਆ ਹੈ ਉਹਦੇ 'ਚ ਅੱਜ ਵੀ ਪੋਲੀਗੈਮੀ ਸਿਸਟਮ ਚੱਲਦਾ ਹੈ, ਹੁਣ ਵੀ ਚੱਲ ਰਿਹਾ ਹੈ। ਸੋ ਮੈਨੂੰ ਇਹ ਤਾਂ ਹੀ ਮੈਂ ਬਾਰ-ਬਾਰ ਇਹ ਕਹਿ ਰਿਹਾ ਵੀ ਸਾਨੂੰ ਖਰੜਾ ਸਾਡੇ ਸਾਹਮਣੇ ਹੋਣਾ ਚਾਹੀਦਾ ਹੈ, ਜਿਸ ਦੇ ਉੱਤੇ ਅਸੀਂ ਬਹਿਸ ਕਰਨੀ ਹੈ ਉਹ ਸਾਡੇ ਸਾਹਮਣੇ ਤਾਂ ਘੱਟੋ ਘੱਟ ਹੋਣਾ ਹੀ ਚਾਹੀਦਾ। ਜੀ ਭਾਸਕਰ ਸਾਹਿਬ, ਧਾਰਾ 370 ਤੇ ਬਹੁਤ ਕਾਲੀ ਦੇ ਵਿੱਚ ਆਇਓ, ਇੱਥੇ ਟਿੱਪਣੀ ਕਰ ਲਓ, ਤੁਸੀਂ ਆਪਣਾ ਪੱਖ ਦਿਓ। ਨਹੀਂ, ਜਿੱਥੇ ਤੱਕ ਯੂਨੀਫਾਰਮ ਸਿਵਲ ਕੋਡ ਦੀ ਗੱਲ ਹੈਗੀ ਹੈ, ਮਿਜ਼ੋਰਮ ਤੇ ਕੇਰਲਾ ਨੇ ਸਰਬਸੰਮਤੀ ਨਾਲ ਵਿਧਾਨ ਸਭਾ ਦੇ ਵਿੱਚ ਇਹ ਫੈਸਲਾ ਕਰ ਲਿਆ ਕਿ ਜਦੋਂ ਵੀ ਇਹ ਬਿੱਲ ਆਏਗਾ ਜਾਂ ਡਰਾਫਟ ਆਏਗਾ,
ਅਸੀਂ ਉਹਦਾ ਵਿਰੋਧ ਕਰਾਂਗੇ। ਦੂਜੇ ਪਾਸੇ ਤੁਸੀਂ ਇਹ ਦੇਖੋ, ਗੋਆ ਤੇ ਉੱਤਰਾਖੰਡ ਦੇ ਵਿੱਚ ਇਹ ਗੱਲਾਂ ਚੱਲਦੀਆਂ ਕਿ ਦੋਨੋਂ ਸਰਕਾਰਾਂ ਨੇ ਯੂਨੀਫਾਰਮ ਸਿਵਲ ਕੋਡ ਨੂੰ ਐਕਸੈਪਟ ਕਰ ਲਿਆ। ਹੁਣ ਉਹਨਾਂ ਨੇ ਐਕਸੈਪਟ ਕਿਹੜਾ ਕੀਤਾ? ਡਰਾਫਟ ਤੇ ਹਜੇ ਆਇਆ ਨਹੀਂ ਲਾ ਕਮਿਸ਼ਨ ਵੱਲੋਂ, ਉਹ ਐਕਸੈਪਟ ਕਰਕੇ ਬੈਠੇ ਨੇ। ਲਾਗੂ ਤੱਕ ਹੋ ਗਿਆ ਉੱਥੇ, ਪਰ ਕੀ ਲਾਗੂ ਹੋਇਆ ਇਹ ਹਜੇ ਤੱਕ ਜ਼ਿਕਰ ਨਹੀਂ ਹੋਇਆ। ਇਹਨਾਂ ਮੁੱਦਿਆਂ ਦੇ ਉੱਤੇ ਬਿਨਾਂ ਡਰਾਫਟ ਦੇ ਕੇ, ਬਿਨਾਂ ਬਿੱਲ ਆਏ ਰਿਜੈਕਟ ਵੀ ਕਰਤਾ ਔਰ ਐਕਸੈਪਟ ਵੀ ਕਰਤਾ। ਇਹ ਸਾਰੀ ਗੱਲਾਂ ਦੇ ਉੱਤੇ ਤੇ ਪਤਾ ਨਹੀਂ ਕੀ ਚੱਲ ਰਿਹਾ, ਦੇਖਣਾ ਪਏਗਾ। ਇਹਦੇ ਉੱਤੇ ਗਹਿਨ ਸਟੱਡੀ ਕਰਨੀ ਪਏਗੀ ਵੀ ਕੀ ਐਕਸੈਪਟ ਤੇ ਕੀ ਰਿਜੈਕਟ ਕੀਤਾ। ਦੂਜੀ ਗੱਲ ਕਰੀਏ ਸੁਪਰੀਮ ਕੋਰਟ ਦੇ ਉਸ ਕਨਸਟੀਟਿਊਸ਼ਨਲ ਬੈਂਚ ਦੀ। ਕਨਸਟੀਟਿਊਸ਼ਨ ਬੈਂਚ ਦੇ ਵਿੱਚ ਹੁਣੇ ਕੁਝ ਦਿਨ ਪਹਿਲੇ ਇਹ ਫੈਸਲਾ ਹੋਇਆ ਸੀਗਾ, ਜਿਹੜੇ 20 ਪਟੀਸ਼ਨਸ ਉਹ ਆਰਟੀਕਲ 370 ਦੇ ਹਟਾਏ ਜਾਣ ਦੇ ਵਿਰੋਧ ਦੇ ਵਿੱਚ ਉੱਥੇ ਪੈਂਡਿੰਗ ਸੀਗੀ, ਉਹਦੇ ਉੱਤੇ ਡੇ ਟੂ ਡੇ ਹੀਅਰਿੰਗ ਹੋ ਰਹੀ ਹੈ। ਕਪਿਲ ਸਿੱਬਲ ਨੈਸ਼ਨਲ ਕਾਨਫਰੰਸ ਦੇ ਵਕੀਲ ਨੇ, ਉਹਨਾਂ ਨੇ ਕੱਲ ਇੱਕ ਆਈਡੀਆ ਆਪਣੀ ਇੱਕ ਗੱਲ ਰੱਖੀ ਕਿ ਕਿਉਂ ਨਾ ਬਰੀ ਐਗਜ਼ਿਟ ਮਤਲਬ ਜਦ ਬ੍ਰਿਟੇਨ ਐਗਜ਼ਿਟ ਹੋਇਆ ਸੀ, ਨਿਕਲਿਆ ਸੀਗਾ ਯੂਰੋਪੀਅਨ ਯੂਨੀਅਨ ਤੋਂ 2016 ਦੇ ਵਿੱਚ, ਤਦ ਉੱਥੇ ਇੱਕ ਰੈਫਰੈਂਡਮ ਹੋਇਆ ਸੀ। ਤੇ ਉਸ ਤੋਂ ਬਾਅਦ ਰੈਫਰੈਂਡਮ ਦੇ ਬੇਸ ਤੇ 17 ਜਨਵਰੀ ਦੇ ਵਿੱਚ ਇੱਕ ਫੈਸਲਾ ਹੋਇਆ ਸੀ ਕਿ ਬ੍ਰਿਟੇਨ ਹੁਣ ਨਿਕਲੇਗਾ ਯੂਰੋਪੀਅਨ ਯੂਨੀਅਨ ਤੋਂ। ਉਦਾਂ ਦਾ ਹੀ ਰੈਫਰੈਂਡਮ ਇੱਥੇ ਵੀ ਕਰਾ ਲਿਆ ਜਾਏ, ਲੋਕਾਂ ਤੋਂ ਲੋਕਾਂ ਦੀ ਰਾਏ ਲਿੱਤੀ ਜਾਏ ਕਿ ਉਹ ਕੀ ਚਾਹੁੰਦੇ ਨੇ। ਹੁਣ ਆਰਟੀਕਲ 370 ਨੂੰ ਹਟਵਾਉਣ ਦੇ ਉਹ ਸਮਰਥਨ ਵਿੱਚ ਹੈ ਜਾਂ ਉਹਨੂੰ ਦੁਬਾਰਾ ਲਾਇਆ ਜਾਣਾ ਚਾਹੀਦਾ ਹੈ। ਇਸ ਮੁੱਦੇ ਦੇ ਉੱਤੇ ਸੁਪਰੀਮ ਕੋਰਟ ਨੇ ਪੂਰੀ ਨਾ ਕਰਤੀ ਕਿ ਨਹੀਂ, ਕਿਸੇ ਵੀ ਡੈਮੋਕ੍ਰੇਸੀ ਦੇ ਵਿੱਚ ਇਹ ਕੋਈ ਤਰੀਕਾ ਨਹੀਂ ਹੈਗਾ ਲੋਕਾਂ ਤੋਂ ਸਿੱਧਾ ਰਾਏ ਲੈਣ ਦਾ। ਸਾਡੇ ਇੱਥੇ ਇਸ ਤਰ੍ਹਾਂ ਦੇ ਇੰਸਟੀਟਿਊਸ਼ਨਸ ਹੈਗੇ ਨੇ ਜਿਨ੍ਹਾਂ ਦੇ ਰਾਹੀਂ ਇਸ ਤਰੀਕੇ ਦੀ ਰਾਏ ਲਿੱਤੀ ਜਾ ਸਕਦੀ ਹੈ। ਦੂਜਾ, ਕਪਿਲ ਸਿੱਬਲ ਉਹਨਾਂ ਨੇ ਉਸ ਹੀ ਅਦਾਲਤ ਦੇ ਸਾਹਮਣੇ ਇਹ ਗੱਲ ਵੀ ਰੱਖੀ ਸੀ ਕਿ ਪਾਰਲੀਮੈਂਟ ਨੂੰ ਜਾਂ ਕੇਂਦਰ ਸਰਕਾਰ ਨੂੰ ਇਹ ਕੀ ਰਾਈਟ ਹੈ ਕਿ ਜਿਹੜੀ ਐਸਟੈਬਲਿਸ਼ਡ ਸਟੇਟ ਹੈ ਉਹਨੂੰ ਤੋੜ ਕੇ ਯੂਨੀਅਨ ਟੈਰੀਟਰੀ ਬਣਾਈ ਜਾ ਸਕੇ। ਜੇ ਅਗਰ ਪਾਰਲੀਮੈਂਟ ਦੇ ਕੋਲ ਇੰਨੀ ਪਾਵਰ ਹੈਗੀ ਹੈ ਤੇ ਫਿਰ ਉਹ ਸਾਰੇ ਸੂਬਿਆਂ ਨੂੰ ਯੂਨੀਅਨ ਟੈਰੀਟਰੀ ਬਣਾ ਦੇ। ਇਹਦੇ ਤੋਂ ਕਿਸ ਗੱਲ ਤੋਂ ਇਨਕਾਰ ਕੀਤਾ ਜਾ ਸਕਦਾ ਹੈ? ਇਹ ਸਵਾਲ ਬੜਾ ਵੱਡਾ ਸਵਾਲ ਬਣ ਕੇ ਸੁਪਰੀਮ ਕੋਰਟ ਦੇ ਸਾਹਮਣੇ ਖੜਾ ਹੋਇਆ। ਪਰ ਸੁਪਰੀਮ ਕੋਰਟ ਨੇ ਫਿਲਹਾਲ ਦੋ ਚੀਜ਼ਾਂ ਦੇ ਉੱਤੇ ਧਿਆਨ ਦੇਣ ਦੀ ਕੋਸ਼ਿਸ਼ ਕੀਤੀ ਹੈ। ਜਿੱਥੇ ਤੱਕ ਆਰਟੀਕਲ 370 ਦੀ ਗੱਲ ਹੈਗੀ ਹੈ ਕਿ ਆਰਟੀਕਲ 370 ਵਾਜ਼ ਅ ਪਰਮਾਨੈਂਟ ਫੀਚਰ, ਯਾਨੀ ਇਹ ਪਰਮਾਨੈਂਟ ਤਰੀਕੇ ਨਾਲ ਲਾਇਆ ਗਿਆ ਸੀ ਜਿਹਨੂੰ ਹਟਾਏ ਜਾਣ ਦਾ ਵਿਰੋਧ ਹੋ ਰਿਹਾ ਹੈ। ਦੂਜੀ ਗੱਲ ਕਿ ਜਦ ਆਰਟੀਕਲ 370 ਹਟਾਇਆ ਗਿਆ ਸੀ ਤੇ ਉਹ ਪ੍ਰੋਸੈਸ ਪਾਰਲੀਮੈਂਟ ਦੇ ਵਿੱਚ ਅਡਾਪਟ ਕੀਤਾ ਹੋਇਆ ਪ੍ਰੋਸੈਸ ਕੀ ਉਹ ਲੀਗਲ ਸੀਗਾ, ਵੈਲਿਡ ਸੀਗਾ? ਇਹਨਾਂ ਦੋਨਾਂ ਸਵਾਲਾਂ ਦੇ ਨਾਲ ਸੁਪਰੀਮ ਕੋਰਟ ਇਹਨਾਂ 20 ਪਟੀਸ਼ਨ ਦੀ ਸੁਣਵਾਈ ਦੇ ਵਿੱਚ ਅੱਗੇ ਵਧ ਰਹੀ। ਬਿਲਕੁਲ, ਇਹ ਕਾਫੀ ਲੰਬੀ ਚੱਲੂਗੀ ਔਰ ਬਹੁਤ ਸਾਰੇ ਵਕੀਲ, ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਅਪੀਅਰ ਹੋਣਗੇ ਤੇ ਮੈਨੂੰ ਲੱਗਦਾ ਸਵਾਲ ਸਭ ਦੇ ਇੱਕੋ ਜਿਹੇ ਹੋਣੇ ਆ। ਅੱਗੇ ਜਾ ਕੇ ਬੋਰੀਅਤ ਵੀ ਹੋਊਗੀ ਇਹਦੇ ਵਿੱਚ। ਧਾਨੀ ਨੇ ਜਿਹੜੇ ਜੱਜ ਇਦਾਂ ਦੀਆਂ ਚੀਜ਼ਾਂ ਸੁਣੀ ਜਾਂਦੇ, ਰੋਜ਼ ਇੱਕੋ ਤਰ੍ਹਾਂ ਦਾ ਮੰਥਨ, ਇੱਕੋ ਤਰ੍ਹਾਂ ਦੀ ਮੱਥਾ ਪੱਚੀ, ਫਿਰ ਨੌਕਰੀ ਕੀ ਤੇ ਨਖਰਾ ਕੀ, ਆਪਾਂ ਵੀ ਤਾਂ ਕਰੀ ਜਾਂਦੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।